ब्रेक तो बाद फिर हाज़र हाँ दोस्तों। डॉक्टर सोहल होरां ने बड़े, नादर साहब ने, दीप्ति बबूता जी, मिन्नी जी, सारे एक दूजे दे बड़ी सेवा वर्गी सेवा भावना जां थोड़ी जी। केक भी महकिया, हाँ जी, फ्रूट केक वंडरफुल, परौंठे भी विच महक रहे ने। निंदर घुग्याणवी होरां दी जिहड़ी शख्सियत है ना, वो एक ज़मीन तो उठे तो ज़मीन नाल ही जुड़े हुए व्यक्तित्व वाली है। और वो ज़मीन, मेरा एक दोस्त है बिंदर बसरा कहानीकार है, वो कहता जी ज़मीन की तसीर किहो जी भी होवे, जिहड़ा मूँह जोर अंकर हुंदा ना, वो सिर कढ लैंदा। भावें पथरीली तसीर भी होवे, पत्थर पाड़ के भी बाहर आपां देखे हुए ने अनिंदर उन्हां दे विचों। और जदों वार्तक कहंदा है, वो वार्तक न्याय प्रणाली बारे इन्हें हੱਡ नाल हंडाया लिखिਆ। ਇਹਦੀ हੱਡ ਦਾ ਜਿਹੜਾ ਸੇਕ ਹੈ ਨਿੰਦਰ ਹੋਰਾਂ ਦੀ ਲਿਟਰੇਚਰ 'ਚੋਂ ਤੁਹਾਨੂੰ ਜਿੱਥੇ ਜਿੱਥੇ ਨਿਆਂਪਾਲਿਕਾ 'ਚ ਜੌਬ ਕੀਤੀ, ਅਰਦਲੀ ਦੀ ਜੌਬ ਕੀਤੀ, ਔਰ ਪੂਰੇ ਸਤਿਕਾਰ ਨਾਲ ਦੱਸਦਾ ਹੈ ਕਿ ਹਾਂ ਮੈਂ ਕੰਮ ਕੀਤਾ ਭਾਈ, ਇਹ ਕੋਈ ਉਲੰਭਾ ਹੈ। ਔਰ ਉਹਦੇ ਵਿੱਚੋਂ ਇੱਕ ਇੰਨੀ ਕੀਨਲੀ ਓਬਜ਼ਰਵ ਕਰਨਾ ਕਰੈਕਟਰ ਨੂੰ, ਸਮੇਤ ਉਹਦੇ ਐਕਸੈਂਟ ਦੇ, ਸਮੇਤ ਉਹਦੇ ਜਿਹੜੇ ਉਹਦੀ ਸ਼ਬਦਾਵਲੀ ਦੇ, ਸਮੇਤ ਉਹਦੇ ਪੂਰੇ ਬਾਡੀ ਲੈਂਗੁਏਜ ਔਰ ਆਵਾਜ਼। ਫਿਰ ਕਿਉਂਕਿ ਉਸਤਾਦ ਜਮਲਾ ਜੱਟ ਹੋਰਾਂ ਦੇ ਸ਼ਾਗਿਰਦ ਰਹੇ ਅਤੇ ਤੂੰਬੀ 'ਤੇ ਜਿਸ ਵੇਲੇ ਗਾਉਂਦੇ ਨੇ ਉਹ ਬਾਬਾ ਚੇਤੇ ਕਰਾ ਦਿੰਦੇ ਨੇ। ਔਰ ਸੰਗੀਤ ਨਾਲ ਜੁੜੇ ਹੋਏ ਲੋਕਾਂ ਦੇ ਜਦੋਂ ਸਕੈਚ ਲਿਖੇ, ਬੜੀ ਮਿਹਨਤ ਘਾਲਣਾ ਘਾਲ ਕੇ, ਕਈ ਠੱਗ ਵੀ ਟੱਕਰੇ, ਮੈਂ ਨਾਂ ਨਹੀਂ ਲੈਣਾ ਹੁਣ ਮਿੰਦਰ ਕਿਉਂਕਿ ਸਾਡਾ ਦੋਵਾਂ ਦਾ ਸਫ਼ਰ ਨਾ ਇਕੱਠਾ ਰਿਹਾ ਔਰ ਬਹੁਤ ਅੱਛੇ ਮੁਹੱਬਤ ਦੇ ਨਾਲ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਮੈਂ ਨਿੰਦਰ ਬਾਰੇ ਇਹ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਸੀਗਾ ਕਿਉਂਕਿ ਸਾਡੇ ਕੋਲ ਵਾਰਤਕ ਸਿਰਫ ਗਵਾਚ ਹੀ ਗਈ ਹੈ। ਸਾਡੇ ਕੋਲ ਰੇਖਾ ਚਿੱਤਰ ਲਿਖਣ ਵਾਲੇ ਇਸ ਕਰਕੇ ਗਵਾਚ ਗਏ ਕਿਉਂਕਿ ਬਰਦਾਸ਼ਤ ਕਰਨ ਦਾ ਮਾਦਾ ਸਾਡੇ ਕੋਲ ਨਹੀਂ ਰਿਹਾ। ਮੇਰੇ ਬਾਰੇ ਕੋਈ ਇੱਕ ਸੈਂਟੈਂਸ ਵੀ ਲਿਖ ਦੇਵੇ ਲਾਗ ਬਬੂਲਾ, ਲੇਖਕ ਕੋਲ ਰਿਹਾ ਹੀ ਨਹੀਂ ਮਾਦਾ ਯਾਰ। ਤੁਹਾਨੂੰ ਕਹਿ ਦੇਵੇ ਕਿ ਸਾਡੇ ਕੋਲ ਗੱਜੇ ਫਰਿਸ਼ਤਿਆਂ ਵਾਲਾ ਮੰਟੋ ਵੀ ਹੈ, ਸਾਡੇ ਕੋਲ ਬਲਵੰਤ ਗਾਰਗੀ ਵੀ ਹੈ, ਸਾਡੇ ਕੋਲ ਅਜੀਤ ਕੌਰ ਵੀ ਹੈ, ਔਰ ਉਹ ਸਾਰੇ ਤਕੀਏ ਦੇ ਪੀਰ ਸਾਡੇ ਕੋਲ ਨੇ। ਸਾਡੇ ਕੋਲ ਇੱਕ ਟ੍ਰੈਡੀਸ਼ਨ ਹੈ ਰੇਖਾ ਚਿੱਤਰਾਂ ਦੀ ਔਰ ਵਾਰਤਕ ਦੀ। ਨਿੰਦਰ ਘੁਗਿਆਣਵੀ ਹੋਰੀ ਜੀਵਨ ਜਾਪਣ ਲਈ ਪੱਤਰਕਾਰੀ ਮੇਰੇ ਵਾਂਗ, ਬਟ ਐਜ਼ ਏ ਵਾਰਤਕ ਰਾਈਟਰ। ਔਰ ਉਹ ਜਿਹੜੇ ਕੰਟੈਂਟ ਹੈ, ਆਪਾਂ ਨਿੰਦਰ ਹੋਣਾ ਦੇ ਕਿਵੇਂ ਮੱਥੇ 'ਚ ਉਹ ਚਾਨਣ ਹੁੰਦਾ ਰਿਹਾ, ਜਿਸ ਚਾਨਣ ਦੀ ਡਾਕਟਰ ਰਵੇਲ ਹੋਰੀ ਗੱਲ ਕਰਦੇ ਸੀ। ਨਿੰਦਰ ਅਨੁਭਵ ਗਾਵਾ ਸੋ ਰਾਗੀ। ਨਿੰਦਰ ਘੁਗਿਆਣ। शुक्रिया बड़े वीर काली जी और मेरे बड़े भैन डॉक्टर सरबजीत कौर सोहल प्रधान साढ़े पंजाब साहित्य अकैडमी दे, मेरे बड़े वीर डॉक्टर रवेल जी, मक्खन मान जी, भैन जी तजेंद्र जी, दीप्ति छोटी भैन और स्वीट मिन्नी जी, ते साढ़े बाबा जी अर्श जी, ते नादर जी, ते कर रहे साडा आदर जी भोलिया जी भोलिया जी हैं। पता की है ना, जस्सोवाल साहब ਨੂੰ ਤੁਸੀਂ ਸਾਰੇ ਜਾਣਦੇ ਆ, ਜਗਦੇਵ ਸਿੰਘ ਜੱਸੋਵਾਲ ਸੱਭਿਆਚਾਰ ਦੇ ਬਾਬਾ ਬੋਰ ਸੀ। ਮੈਂ ਬਹੁਤ ਛੋਟੀ ਉਮਰ 'ਚ ਜਦੋਂ ਉਸਤਾਦ ਜਮਲਾ ਜੱਟ ਦਾ ਚੇਲਾ ਬਣਿਆ ਸੀ ਤੇ ਜੱਸੋਵਾਲ ਸਾਹਿਬ ਦੇ ਟੱਚ 'ਚ ਰਿਹਾ। ਤੇ 1988 ਤੋਂ 2014 ਲਾਸਟ ਜਦੋਂ ਡੈਥ ਹੋਈ ਉਦੋਂ ਤੱਕ, ਤੇ ਉਹ ਬਹੁਤ ਕਮਾਲ ਦਾ ਬੰਦਾ ਸੀ। ਉਹਦੇ ਕੋਲ ਇੱਕ ਦਿਨ ਮੈਂ ਬੈਠਾ ਤੇ ਕੋਈ ਆਇਆ, ਗੀਤ ਗੂਤ ਲਿਖਦਾ ਸੀ, ਕਵਿਤਾ ਵੀ। ਕਹਿੰਦਾ ਜੱਸੋਵਾਲ ਜੀ ਕੀ ਆ, ਥੋੜ੍ਹੀ ਮੇਲੇ ਮੂਲੇ ਜੇ ਲਾਉਂਦੇ, ਮੋਹਨ ਸਿੰਘ ਦਾ ਮੇਲਾ ਲਾਉਂਦੇ ਆ, ਤੁਸੀਂ ਆਪਦੇ ਹੀ ਆ ਗੀਤਕਾਰ ਸਨਮਾਨਿਤ ਕਰ ਦਿੰਦੇ ਆ ਹੈ, ਅਤੇ ਮੇਰਾ ਵੀ ਕਦੇ ਕੋਈ ਕਰਿਆ ਕਰੋ, ਮੈਂ ਵੀ ਕਵੀ ਵੀ ਹਾਂ। ਜੱਸੋਵਾਲ ਕਹਿੰਦਾ ਵੀ ਕੀ ਹੈਗਾ ਤੂੰ, ਵੀ ਕਾਹਦੇ 'ਚ ਕਰੀਏ? ਉਹ ਕਹਿੰਦਾ ਵੀ ਮੈਂ ਕਵੀ ਵੀ ਹਾਂ, ਮੈਂ ਗੀਤਕਾਰ ਵੀ ਹਾਂ। ਉਹ ਕਹਿੰਦਾ ਘੁਗਿਆਣ ਵੀ, ਉਹ ਕਹਿੰਦਾ ਕਾਕਾ ਤੂੰ ਲਿਸਟ ਬਣਾ 13 ਕਵੀਆਂ ਦੀ। ਆਉਂਦਾ ਜੀ ਪੈਨ ਹੈ ਨਹੀਂ, ਕਹਿੰਦਾ ਕਵੀ ਸਵਾਹ ਦਾ ਪੈਨ ਹੀ ਹੈ ਨਹੀਂ। ਆਉਂਦਾ ਘੁਗਿਆਣ ਵੀ ਕਾਗਜ਼ ਦੇ ਦੇ, ਮੈਂ ਕਾਗਜ਼ ਦੇ ਦਿੱਤਾ, ਪੈਨ ਦੇ ਦਿੱਤਾ। ਉਹਨੇ ਬਣਾਇਆ 13 ਕਵੀ, ਪਾਤਰ ਸਾਹਿਬ, ਸ਼ਿਵ ਬਟਾਲਵੀ, ਪਾਸ਼ ਵਗੈਰਾ 13 ਲਿਖਤੇ। ਆਉਂਦਾ ਲਿਖਤੇ ਜੀ। ਆਉਂਦਾ ਹੁਣ 3 ਬਣਾ ਗੀਤਕਾਰਾਂ ਦੀ, ਤੂੰ ਕਹਿੰਦਾ ਗੀਤਕਾਰ। ਉਹਨੇ ਲਿਖਤਾ ਬਾਬੂ ਸਿੰਘ ਮਾਨ ਨਾ ਉਰਪਰੀ ਦੇਵ ਤਰੀਕਿਆਂ ਵਾਲਾ। ਆਉਂਦਾ ਲਿਖਤੇ ਜੀ। ਆਉਂਦਾ ਹੁਣ 13 ਚੋਂ ਆਪਦਾ ਨਾਂ ਲੱਭ।
ਕਹਿੰਦਾ ਹੈ ਨਹੀਂ, ਆਂਦਾ ਤਿੰਨਾਂ ਚੋਂ ਲੱਭ, ਆਂਦਾ ਹੈ ਨਹੀਂ, ਆਂਦਾ ਨਾ ਤੂੰ ਤਿੰਨਾਂ 'ਚ ਨਾ ਤੂੰ 13 'ਚ ਤੇ ਵਾਰਡ ਤੇ ਮੈਂ ਵੀ ਸੱਚੀ ਗੱਲ ਆ ਵੀ ਨਾ ਮੈਂ ਤਿੰਨਾਂ 'ਚ ਸੀ ਨਾ 13 'ਚ ਸੀ, ਤੇ ਮੇਰੀ ਵੱਡੀ ਭੈਣ ਨੇ ਤੇ ਭਰਾਵਾਂ ਨੇ ਮੈਨੂੰ ਤਿੰਨਾਂ 'ਚ ਵੀ ਕਰਤਾ ਤੇ 13 'ਚ ਵੀ ਕਰਤਾ। ਮੈਨੂੰ ਇੱਕ ਕਰਮਚਾਰੀ ਅਧਿਕਾਰੀ ਦੇ ਤੌਰ ਤੇ ਹੀ ਸੰਸਥਾਵਾਂ ਦੇ ਵਿੱਚ ਵੇਖਿਆ ਜਾਂਦਾ ਹੈ। ਜੋ ਸ਼ਬਦ ਕਾਲੀ ਵੱਡੇ ਵੀਰ ਦੀ ਜ਼ੁਬਾਨੀ ਨਿਕਲ ਜਾਣ ਉਹ ਪਵਿੱਤਰ ਪਾਕ ਪਵਿੱਤਰ ਸ਼ਬਦ ਹੁੰਦੇ ਆ, ਕਿਉਂਕਿ ਧੁਰ ਕੀ ਬਾਣੀ ਆਈ, ਜਿਹੜੀ ਲਿਖਾਰੀਆਂ ਨੂੰ ਬਾਣੀ ਆਉਂਦੀ ਹੈ। ਮੈਨੂੰ ਕਿਹਾ ਸੀ ਕਿ ਅਰਦਲੀਨਾਮਾ ਪ੍ਰੋਫੈਸਰ ਗੁਰਦਿਆਲ ਸਿੰਘ ਨਾਲ ਵਾਹਵਾ ਆਉਣੀ ਜਾਣੀ ਸੀ ਮੇਰੀ, ਉਹ ਕਹਿੰਦੇ ਵੀ ਤੂੰ ਇੱਥੇ ਹੀ ਖੜ ਜਾਏਗਾ ਜੱਜਦਾਰ ਦਲੀਓ ਤੂੰ ਗਾਂ। ਪਰ ਇੱਕ ਗੱਲ ਆ ਵੀ ਇੱਕ ਲੇਖਕ ਦੀ ਇੱਕ ਰਚਨਾ ਹੀ ਮਸ਼ਹੂਰ ਹੁੰਦੀ ਹੈ, ਉਹਦੀ ਇੱਕ ਰਚਨਾ ਨਾਲ ਹੀ ਉਹ ਜਾਣਿਆ ਜਾਂਦਾ ਹੈਗਾ। ਤੇ ਪੰਜਾਬੀ 'ਚ ਚੱਲ ਤੇਰਾ ਘੱਟੋ ਘੱਟ ਇੱਕ ਕਿਤਾਬ ਤੇਰੀ ਜਿਹੜੀ ਗਈ ਹੈ ਦੁਨੀਆ ਭਰ ਦੀਆਂ ਭਾਸ਼ਾਵਾਂ 'ਚ ਗਈ ਆ, ਅੰਗਰੇਜ਼ੀ 'ਚ ਹੁਣ NBT ਨੇ ਕੀਤੀ ਹੈ। ਤੇ ਕਹਿੰਦੇ ਪਰ ਤੂੰ ਥੋੜ੍ਹਾ ਜਿਹਾ ਅੱਗੇ ਤੁਰ, ਅਰਦਲੀ ਦਾ ਤਾਂ ਲਿਖਤਾ ਹੈ, ਜੱਜਾਂ ਦਾ ਵੀ ਦਿਖਾਂਤ ਹੋਊ ਕਾਲੇ ਕੋਟ ਵਾਲਿਆਂ ਦਾ। ਫਿਰ ਮੈਂ ਖੁਰਪੀ ਲੈ ਕੇ ਦਿਮਾਗੀ ਚਿੱਪ ਨੂੰ, ਉਹ ਵਾਕਿਆ ਹੀ ਮੈਨੂੰ ਉਹ ਪਲ ਯਾਦ ਆਏ। ਫਿਰ ਕਾਲੇ ਕੋਟ ਦਾ ਦਰਦ ਨਿਕਲੀ, ਉਹਦੇ ਵੀ 3 ਐਡੀਸ਼ਨ ਹਿੰਦੀ 'ਚ ਵੀ ਆਈ। ਹੁਣ ਅਦਾਲਤਨਾਮਾ ਤੋਂ ਪਰ ਜੱਜਦਾਰ ਅਰਦਲੀ ਦੇ ਅਨੁਭਵ, ਇੱਕ ਵਾਰੀ ਕਾਲੀ ਤੇ ਮੈਂ ਦੇਸ਼ ਭਗਤ ਹਲਕਾ ਤੇ ਬੈਠੇ ਬਾਬੇ ਬਿਲਗੇ ਕੋਲ, ਬਹੁਤ ਪਿਆਰ ਕਰਦੇ ਸੀ ਸਾਨੂੰ ਉਹ। ਜੇ ਅਸੀਂ ਜਾਂਦੇ ਨਹੀਂ ਸੀ ਉਹਨਾਂ ਨੇ ਕਹਿਣਾ ਵੀ ਅੱਜ ਕਾਲੀ ਵੀ ਨਹੀਂ ਆਇਆ, ਕੋਈ ਗਿਆਨਵੀਰ ਵੀ ਨਹੀਂ ਆਇਆ, ਪਤਾ ਨਹੀਂ ਕਿੱਥੇ ਧੂੜ ਫੱਕਦਾ ਫਿਰਦਾ। ਮੇਰੇ ਕੋਲ ਸਾਈਕਲ ਹੁੰਦਾ ਸੀ, ਮੈਂ ਰੇਡੀਓ 'ਤੇ ਜਾ ਕੇ ਖਬਰਾਂ ਦਾ ਟਰਾਂਸਲੇਸ਼ਨ ਕਰਦਾ ਸੀ ਹਰਭਜਨ ਬਟਾਲਵੀ ਸਾਹਿਬ ਕੋਲੇ, ਤੇ ਉੱਥੋਂ ਫਿਰ ਆ ਕੇ ਰਾਤ ਨੂੰ ਬਾਬਾ ਜੀ ਕੋਲ ਸੌਂ ਜਾਂਦਾ ਸੀ। ਉੱਥੇ ਅਸੀਂ ਆਪਣੀਆਂ ਗੱਲਾਂ ਕਰਦੇ ਰਹਿੰਦੇ ਸੀਗੇ ਬਾਬਾ ਜੀ ਕੋਲ ਬਹਿ ਕੇ। ਜਦੋਂ ਮੈਂ ਮੁਨਸ਼ੀ ਲੱਗ ਗਿਆ ਵਕੀਲ ਦਾ, ਤੇ ਕਚਹਿਰੀਆਂ ਦੇ ਵਿੱਚ ਮੁਨਸ਼ੀ ਤੋਂ ਬਾਅਦ ਅਰਦਲੀ ਦੀ ਨੌਕਰੀ ਮੈਨੂੰ ਮਿਲ ਗਈ, ਤਾਂ ਉਹ ਕਹਿੰਦੇ ਵੀ ਇਹਨੂੰ ਵੇਖੀਏ ਵੀ ਇਹ ਭੱਜਦਾ ਹੈ ਕਿ ਨਹੀਂ ਭੱਜਦਾ। ਕਰੜਾ ਇਮਤਿਹਾਨ ਸੀ, ਤੇ ਵਕੀਲਾਂ ਦੇ ਖੋਖੇ, ਉਹਨਾਂ ਦੀ ਰਾਖੀ ਕਰਨੀ, ਜੱਜਾਂ ਦੀਆਂ ਅਦਾਲਤਾਂ ਦੀ, ਰਾਤ ਨੂੰ ਚੌਕੀਦਾਰ ਦੀ ਡਿਊਟੀ ਦੇ ਦਿੱਤੀ ਉਹਨਾਂ ਨੇ। ਤੇ ਕਚਹਿਰੀ ਬਹੁਤ ਵੱਡੀ। ਅੱਜ ਜੇ ਤੁਹਾਨੂੰ ਕੋਈ ਪੁੱਛੇ ਵੀ ਫਰੀਦਕੋਟ ਜੇ ਕਚਹਿਰੀ ਬਚੀ ਹੈ ਕੋਈ ਪੰਜਾਬ 'ਚ ਟਰਡੀਸ਼ਨਲ, ਜਿਹੜੀ ਜਿੱਥੇ ਰਾਜੇ ਬਹਿ ਕੇ ਫੈਸਲੇ ਕਰਦੇ ਸੀ, ਉੱਚ ਗੁੰਬਦਾਂ ਵਾਲੀਆਂ ਗੋਲ ਪਰੰਪਰਾਗਤ ਇਮਾਰਤਾਂ, ਤਾਂ ਉਹ ਫਰੀਦਕੋਟ ਦੀ ਕਚਹਿਰੀ ਹੈ। ਜਿੱਥੇ ਰਾਜਾ ਬਹਿੰਦਾ ਸੀ ਉੱਥੇ ਜੱਜ ਬਹਿੰਦੇ ਨੇ। ਬੜੀਆਂ ਮਤਲਬ ਮੈਂ ਉੱਥੇ ਰਾਤ ਦੀ ਡਿਊਟੀ ਕਰਦਾ ਸੀ, ਤੇ ਹੱਥ 'ਚ ਡੰਡਾ ਹੁੰਦਾ ਸੀ, ਇੱਕ ਬੈਟਰੀ ਹੁੰਦੀ ਸੀ, ਤੇ ਡੋਲਣਾ ਪਾਣੀ ਦਾ ਹੁੰਦਾ ਸੀ। ਉਦੋਂ ਆ ਬੋਤਲਾਂ ਤਾਂ ਆਈਆਂ ਨਹੀਂ ਸੀ ਰਬੜ ਦੀਆਂ, ਹੈ ਨਾ। ਤੇ ਉਹ ਨਲਕਾ ਸੀ ਨਾ ਜਿਹੜਾ, ਉਹਦੀ ਬੋਕੀ ਬੜੀ ਭਿਆਨਕ ਆਵਾਜ਼ ਪੈਦਾ ਕਰਦੀ ਸੀ, ਯਾਨੀ ਕਰਦੀ ਸੰਗੀਤ ਸੀ ਪੈਦਾ ਉਹ। ਪਰ ਉਹ ਸੈਂਕੜੇ ਲੋਕ ਪਾਣੀ ਪੀਂਦੇ ਹੋਣਗੇ, ਉਹ ਬੋਕੀ ਦੀ ਆਵਾਜ਼ ਨੂੰ ਨਹੀਂ ਮਹਿਸੂਸ ਕਰਦੇ, ਮੇਰੇ ਕੰਨ ਕਰਦੇ ਸੀ। ਉਹਦੀ ਭਿਆਨਕਤਾ 'ਚੋਂ ਮੈਨੂੰ ਕੁਛ ਲੱਭਦਾ ਸੀ। ਜਦੋਂ ਮੈਨੂੰ ਗੇੜਦਾ ਸੀ ਉਹਦੀ ਕਸਰ ਘੈਂ, ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਇਸ ਬੋਕੀ ਸਮਾਨ ਆ। ਜਦੋਂ ਮੈਂ ਜੱਜ ਦੇ ਅਦਾਲਤ ਮੂਹਰੇ ਟੁੱਟੇ ਜੇ ਬੈਂਚ ਤੇ ਬਹਿੰਦਾ ਸੀ, ਤੇ ਮੈਨੂੰ ਲੱਗਦਾ ਸੀ ਇਹ ਜਿਹੜਾ ਜਦੋਂ ਬੈਂਚ ਤੇ ਕੋਈ ਉੱਠਦਾ ਹੈ ਤਾਂ ਵੀ ਚੀਕਦਾ, ਜੇ ਕੋਈ ਬਹਿੰਦਾ ਤਾਂ ਵੀ ਚੀਕਦਾ, ਟਿਚਕੂ ਇਹਨੂੰ ਕਿੱਲ ਲਾ ਕੇ, ਇਹਨੂੰ ਮੇਖਾਂ ਲਾ ਕੇ ਕੋਈ ਠੀਕ ਕਿਉਂ ਨਹੀਂ ਕਰਵਾ ਲੈਂਦਾ। ਕਦੇ ਮੈਨੂੰ ਆਪਣੀ ਜ਼ਿੰਦਗੀ ਉਸ ਟੀਚਕ ਕਰਦੇ ਬੈਂਚ ਦੇ ਬਰਾਬਰ ਦੀ ਲੱਗਦੀ ਸੀ। ਅੱਧੀ ਰਾਤ ਨੂੰ ਇੱਕ ਰੇਲ ਆਉਂਦੀ ਫਿਰੋਜ਼ਪੁਰ ਤੋਂ ਤੇ ਬਠਿੰਡੇ ਜਾਂਦੀ ਪੈਸੰਜਰ, ਉਹ 'ਤੇ ਵਪਾਰੀ ਕੱਪੜੇ ਦੇ ਹੋਰ ਲੋਕ ਚੜ੍ਹਦੇ ਫਿਰੋਜ਼ਪੁਰੋਂ ਤੇ ਦਿੱਲੀ ਜਾ ਉਤਰਦੇ, ਤੇ ਉਸੇ 'ਤੇ ਵਾਪਸ ਆਪਣਾ ਸਮਾਨ ਲੈ ਕੇ ਆਉਂਦੇ। ਜਦੋਂ ਉਹ ਰਾਤ ਨੂੰ 2:30 ਵਜੇ ਫਰੀਦਕੋਟ ਆ ਕੇ ਕਚਹਿਰੀਆਂ ਦੇ ਪਿੱਛੇ ਲਾਈਨ 'ਤੇ ਖੜ੍ਹਦੀ, ਤੇ ਡਰਾਈਵਰ ਚਾਹ ਪਾਣੀ ਪੀਂਦੇ, ਜਦੋਂ ਉਹ ਤੁਰਨ ਲੱਗਦੀ ਤੇ ਉਹ ਐਸੀ ਚੀਕ ਮਾਰਦੀ ਕਿ ਤੁਹਾਡਾ ਕਾਲਜਾ ਖਿੱਚ ਕੇ ਉਹ ਕੋਲੇ ਵਾਲੀ ਸੀਗੀ ਆ ਹੁਣ ਦੂਜੀ ਆ ਲੈ ਜਾਂਦੀ। ਤੇ ਮੈਂ ਸੋਚਦਾ ਕਿ ਇਹ ਚੀਖ ਮੇਰੀ ਜ਼ਿੰਦਗੀ ਦੀ ਚੀਖ ਹੈ। ਫਿਰ ਮੈਂ ਕਦੇ ਸੌਣ ਦਾ ਯਤਨ ਕਰਦਾ ਨਹੀਂ, ਮੱਛਰ ਲੜਦਾ, ਤੇ ਜਿਹੜੇ ਚਾਹ ਦੀ ਕੰਟੀਨ ਦੇ ਉੱਤੇ ਪਕੌੜੇ ਵਧੇ ਉਹਨਾਂ ਦਾ ਭੂਰ ਸਿੱਟ ਜਾਂਦੇ ਸੀ ਚਾਹ ਵਾਲੇ, ਜਾਂ ਚਾਹ ਦੇ ਖਾਲੀ ਕੱਪ, ਤੇ ਉੱਥੇ ਜਿਹੜੇ ਅਵਾਰਾ ਕੁੱਤੇ ਸੀ ਕਚਹਿਰੀ 'ਚ, ਉਹ ਫਿਰ ਰਾਤ ਨੂੰ ਜਦੋਂ ਭਿਆਨਕ ਲੜਾਈ ਲੜਦੇ ਕੁੱਤੇ ਕੁੱਤੀਆਂ, ਤੇ ਮੈਂ ਉਹਨਾਂ ਨੂੰ ਭਜਾਉਂਦਾ, ਤੇ ਫਿਰ ਮੈਂ ਆਵਾਜ਼ ਦਿੰਦਾ, ਸਭ ਅੱਛਾ ਹੈ, ਜਾਗਦੇ ਰਹਿਣਾ, ਸਭ ਅੱਛਾ ਹੈ। ਉਹ ਜਿਹੜੇ ਪਲ ਹੈ ਨਾ ਮੇਰੀ ਜ਼ਿੰਦਗੀ ਦੇ, ਉਹ ਅੱਜ ਵੀ ਮੈਂ ਜਿਉ ਰਿਹਾ। ਉਹ ਕਚਹਿਰੀ 'ਚ ਉੱਠ ਕੇ ਮੈਂ ਕਲਾ ਭਵਨ 'ਚ ਆ ਗਿਆ। ਕਲਾ ਭਵਨ ਵੀ ਇੱਕ ਕਚਹਿਰੀ ਹੈ। ਇੱਥੇ ਵੀ ਉਹ ਕਚਹਿਰੀ ਵਾਲੇ
ਕੁੱਤੇ ਭੌਂਕਦੇ ਸੁਣਦਾ ਕੰਧਾਂ ਦੇ ਨਾਲ, ਰੋਜ਼ ਗਾਰਡਨ ਦੀਆਂ ਦੇ ਨਾਲ। ਇੱਥੇ ਵੀ ਰੇਲ ਲੰਘਦੀ ਹੈ, ਪਰ ਉਹ ਰੇਲ ਹੋਰ ਕਿਸਮ ਦੀ ਹੈ। ਇੱਥੇ ਵੀ ਹੂਕ ਹੈ, ਹੰਝੂ ਹੈ, ਹੌਕਾ ਹੈ, ਹੈਰਵਾ ਹੈ। ਉਹ ਕਚਹਿਰੀ, ਇਹ ਕਲਾ ਭਵਨ, ਕੱਕੇ ਨਾਲ ਉਹ ਸ਼ੁਰੂ ਹੁੰਦੀ, ਕੱਕੇ ਨਾਲ ਇਹ ਸ਼ੁਰੂ ਹੁੰਦੀ। ਵਾਹ ਵਾਹ, ਬਹੁਤ ਅੱਛਾ। ਕੱਲ ਪਰਸੋਂ ਮੈਂ ਜੋ ਨਾ ਕੱਲ ਪਿੰਡੋਂ ਆਇਆ, ਭੈਣ ਦਾ ਸੁਣਿਆ ਮੈਨੂੰ, ਵੱਡੀ ਦਾ ਤੇ ਕਾਲੀ ਵੀਰੇ ਦਾ, ਤੇ ਮੇਰੀ ਮਾਂ ਮੈਨੂੰ ਕਹਿੰਦੀ ਵੀ ਆ ਜਾਮਣਾ ਲੈ ਜਾ, ਉੱਥੇ ਤੇਰੇ ਅਫਸਰ ਹੁੰਦੇ ਉਹਨਾਂ ਨੂੰ ਖਵਾ ਦੇ। ਮੈਂ ਕਿਹਾ ਬੀਬੀ ਇਹ ਜਾਮਣਾ ਇੰਨੀਆਂ ਹੋਈਆਂ ਪਈਆਂ ਵੀ ਜਾਮਣਾ ਨੂੰ ਕੋਈ ਖਾ ਨਹੀਂ ਰਿਹਾ। ਜਿਹੜੇ ਦਰਖਤ ਥੱਲੋਂ ਲੰਘੋ ਮਿੱਧ ਕੇ ਜਾਮਣਾ, ਜਿਹੜੇ ਥੱਲੋਂ ਲੰਘੋ ਜਾਮਣਾ। ਜਦੋਂ ਜਾਮਣਾ ਦੀ ਰੁੱਤ ਆਉਂਦੀ ਆ ਤੇ ਉਦੋਂ ਮੈਂ ਆਪਣੇ ਆਪ ਨੂੰ ਬੜਾ ਅਸਹਿਜ, ਜਿਵੇਂ ਭੈਣ ਜੀ ਦੱਸ ਰਹੇ ਸੀ, ਮਹਿਸੂਸ ਕਰਦਾ। ਤੁਸੀਂ ਨਾ ਇੱਕ ਗੱਲ ਧਿਆਨ ਨਾਲ ਸੁਣਿਓ, ਕਿਉਂ ਕਰਦੇ ਆ ਆਪਾਂ ਸਾਰੇ ਅਸਹਿਜ ਮਹਿਸੂਸ। ਲੰਡਨ ਦੇ ਵਿੱਚ ਜਦੋਂ ਪਤਝੜ ਆਉਂਦੀ ਆ ਤਾਂ ਉਦੋਂ ਇੱਕ ਬਿਮਾਰੀ, ਦਿਮਾਗੀ ਬਿਮਾਰੀ, ਆਰਟਿਸਟਾਂ ਨੂੰ, ਫਿਲਮੀ ਕਲਾਕਾਰਾਂ ਨੂੰ, ਚਿੱਤਰਕਾਰਾਂ ਨੂੰ, ਗਾਇਕਾਂ ਨੂੰ, ਸੰਗੀਤਕਾਰਾਂ ਨੂੰ, ਸਾਹਿਤਕਾਰਾਂ ਨੂੰ ਚਿੰਬੜ ਜਾਂਦੀ ਆ। ਉਹਨੂੰ ਕਹਿੰਦੇ ਆ SAD, ਸੀਜ਼ਨਲ ਅਫੈਕਟ ਡਿਮੋਰਲਾਈਜ਼ਡ, SAD ਡਿਮੋਰਲਾਈਜ਼ਡ ਹੋ ਜਾਂਦਾ। ਹਾਂ, ਉਹ ਫਿਰ ਡਾਕਟਰ ਕੋਲ ਜਾਂਦਾ, ਉਹ ਕਹਿੰਦਾ ਵੀ ਮੈਂ ਬਹੁਤ ਡਿਸਟਰਬ ਹਾਂ, ਜਿਵੇਂ ਤੁਸੀਂ ਕਿਹਾ ਵੀ ਮੈਂ ਉਹ ਮਰਨ ਮਿੱਟੀ। ਹਾਂ, ਮਤਲਬ ਖਿਆਲ ਆ ਰਹੇ ਨੇ, ਲਿਖਣ ਨੂੰ ਜੀ ਕਰਦਾ ਮੈਨੂੰ, ਇਹ ਬਹੁਤ ਅਵਸਥਾ ਆਉਂਦੀ ਹੈ। ਤਾਂ ਉਹ ਡਾਕਟਰ ਕਹਿੰਦਾ ਵੀ ਮੈਂ ਸਮਝ ਗਿਆ। ਉਹ ਇੱਕ ਪਤਲੀ ਬਰੀਕ ਗੋਲੀ ਲਿਖ ਦਿੰਦਾ ਤੇ ਉਹਨੂੰ ਕਹਿੰਦਾ ਵੀ ਤੂੰ ਗੋਲੀ ਖਾ ਕੇ ਜਿਹੜਾ ਪਰਦਾ ਹੈ, ਜੋ ਦਰਖਤਾਂ ਵੱਲ ਨਹੀਂ ਦੇਖਣਾ, ਜਿਵੇਂ ਆਪਾਂ ਅੱਜ ਹਰਿਆਵਲ ਨੂੰ ਦੇਖ ਰਹੇ ਹਾਂ, ਪਰਦਾ ਰੱਖਣਾ, ਹਲਕੀ ਜਿਹੀ ਰੌਸ਼ਨੀ ਰੱਖਣੀ ਆ ਤੇ ਹਲਕਾ ਜਿਹਾ ਸੰਗੀਤ ਸੁਣਨਾ ਤੇ ਰੈੱਡ ਵਾਈਨ ਦਾ ਅੱਧਾ ਗਲਾਸ ਪੀਣਾ, ਉਸ ਤੋਂ ਵੱਧ ਨਹੀਂ ਪੀਣਾ। ਤੇ ਤੇਰੀ ਜ਼ਿੰਦਗੀ ਉਦੋਂ ਨਾਰਮਲ ਸ਼ੁਰੂ ਹੋ ਜੂ ਜਦੋਂ ਬਾਹਰ ਦਰਖਤਾਂ ਤੇ ਪੱਤ ਆਉਣੇ ਸ਼ੁਰੂ ਹੋ ਜਾਣ। ਠੀਕ। ਉਹ ਜਿਹੜੇ ਜਾਮਨਾਂ ਦੀ ਰੁੱਤ ਦੀ ਗੱਲ ਕੀਤੀ, ਫਰੀਦਕੋਟ ਕਚਹਿਰੀਆਂ ਦੇ ਮੂਹਰੇ ਨਾ ਇੱਕ ਦਰਬਾਰ ਗੰਜ ਹੈ, ਫਰੀਦਕੋਟ ਦੇ ਰਾਜੇ ਦਾ ਗੈਸਟ ਹਾਊਸ ਹੁੰਦਾ ਸੀ ਵੀ ਜਦੋਂ ਰਾਜਿਆਂ ਨੇ ਆਉਣਾ ਤੇ ਰਾਜੇ ਨੇ ਉੱਥੇ ਠਹਿਰਾਉਣਾ। ਰਾਜੇ ਉੱਜੜ ਗਏ, ਕੋਠੀਆਂ ਉੱਜੜ ਗਈਆਂ, ਕਚਹਿਰੀਆਂ ਉੱਜੜ ਗਈਆਂ, ਤੇ ਗੈਸਟ ਹਾਊਸ ਜਿਹੜਾ ਉਵੇਂ ਰਹਿ ਗਿਆ। ਬਹੁਤ ਸੋਹਣਾ ਹੈ। ਤੇ ਜੱਜਾਂ ਨੂੰ ਉਹ ਵੱਡਾ ਸਾਰਾ ਹੈ। ਸੋਲ ਸਾਹਿਬ ਜਾਂਦੇ ਸੀ ਨਾ ਜਦੋਂ ਸਿੱਟ ਬਣੇ, ਹਾਂ, ਤਾਂ ਉਹਨੂੰ ਵਰਤੋਂ 'ਚ ਲਿਆਉਂਦੇ ਡਾਕਟਰ ਵੇਲ ਜੀ ਉਹ, ਕਿ ਜੱਜਾਂ ਨੂੰ ਦੇਤਾ ਵੀ ਤੁਸੀਂ ਵਰਤੋ। ਤੇ ਹੁਣ ਇੱਕ ਉਹਨੂੰ ਕਹਿੰਦੇ ਲਾਲ ਕੋਠੀ, ਉਹਦਾ ਨਾਂ ਹੈ। ਉਹਦੇ 3 ਪੋਰਸ਼ਨ ਆ, 3 ਪੋਰਸ਼ਨਾਂ 'ਚ 15 ਕਮਰੇ ਆ। ਇਹ ਐਡਾ ਜਿੱਡੇ ਆਪਾਂ ਥਾਂ 'ਚ ਬੈਠੇ, ਐਡਾ ਕਮਰਾ, ਇੱਕ ਐਡਾ ਕਮਰਾ, ਤੇ ਇਦੋਂ ਅੱਧ ਵਾਲੀ ਰਸੋਈ, ਇੱਦਾਂ ਹੀ ਬਾਥਰੂਮ ਨਾਲ। ਹੁਣ ਤੁਸੀਂ ਵੇਖੋ ਵੀ ਅੰਦਾਜ਼ਾ, ਛੱਤਾਂ ਉੱਚੀਆਂ ਤੇ ਪੱਖੇ, ਲੰਮੀਆਂ ਪਾਈਪਾਂ ਵਾਲੇ, ਗੋਰਿਆਂ ਵਾਲੇ ਵੇਲੇ, ਅੰਗਰੇਜ਼ਾਂ ਵਾਲੇ ਨੇ। ਤੇ ਉੱਥੇ ਜਾਮਣ ਦੇ ਬੜੇ ਦਰਖਤ ਸੀ ਕੋਠੀ ਦੇ ਵਿੱਚ। ਤੇ ਜੱਜ ਸਾਹਿਬ ਨੇ ਕਹਿਣਾ ਵੀ ਤੂੰ ਇਹ ਜਾਮਣ ਇਕੱਠੇ ਕਰ ਤੇ ਉੱਥੇ ਰੇਹੜੀ ਤੇ ਬਾਹਰ ਵੇਚਿਆ, ਉਹਨੂੰ ਦੇ ਆਪਣੇ ਨੂੰ, ਕਿਸੇ ਨੂੰ ਵੇਚਣ ਨੂੰ। ਮਿਲ ਜਾਂਦਾ ਰਿਹਾ ਭਰ ਕੇ। ਉਹ ਕਹਿੰਦੇ ਵੀ ਇੱਥੇ ਕੁੱਤੇ ਨਹੀਂ ਖਾਂਦੇ ਤੇ ਤੂੰ, ਮੈਂ ਕਿਹਾ ਸਾਹਿਬ ਨੇ ਕਿਹਾ ਸੀ ਜਦੋਂ ਅਸੀਂ ਕਚਹਿਰੀ ਆ ਜਾਣਾ, ਬਾਅਦ 'ਚੋਂ ਜੱਜ ਤੀਵੀਆਂ ਤੇ ਮੁੰਡੇ ਜਵਾਕ ਜੱਲੇ ਕੰਧਾਂ ਛੋਟੀਆਂ ਸੀ, ਟੱਪ ਕੇ ਤੇ ਜਾਮਣ ਤੋੜ ਜਾਂਦੇ। ਤੇ ਜੱਜ ਸਾਹਿਬ ਨੇ ਮੈਨੂੰ ਕਿਹਾ ਵੀ ਜਾ ਕੇ ਆ ਉਹਨਾਂ ਦੇ ਘਰੇ ਲਾਂਭਾ ਦੇ ਕੇ ਆ ਵੀ ਇਹ ਜਾਮਣ ਲੈ ਜਾਂਦੇ ਨੇ। ਮੈਂ ਲਾਂਭਾ ਦੇਣ ਗਿਆ ਤੇ ਮੈਂ ਉਹ ਕੁੜੀ ਨੂੰ ਕਿਹਾ, ਬੜੀ ਮੋਟੀ ਜੀ ਕੁੜੀ ਸੀ, ਉਹ ਕਹਿੰਦੀ ਵੀ ਜੱਜ ਨੇ ਮਰਨਾ ਖਾ ਕੇ, ਇਕੱਲੇ ਨੇ ਇੰਨੇ ਜਾਮਣ, ਰੰਡਾ ਤਾਂ ਹੈਗਾ, ਉਹਦੇ ਘਰ ਵਾਲੀ ਉੱਥੇ, ਜਵਾਕ ਉੱਥੇ ਹੈ, ਬੇਵਕੂਫਾ। ਉਹਨੂੰ ਕਿਹਾ ਵੀ ਆਪਦੇ ਸਿਰ 'ਚ ਪਾ ਲਏ ਇੰਨੇ ਜਾਮਣ, ਕਹਿੰਦੀ। ਤੇ ਮੈਂ ਬੇਜਾ ਲਵਾ ਕੇ ਉੱਤੋਂ ਆ ਗਿਆ। ਆਂਦਾ ਕੀ ਕਹਿੰਦੀ ਸੀ ਉਹ? ਮੈਂ ਕਿਹਾ ਜੀ ਹੁਣ ਕੀ ਦੱਸਾਂ ਤੁਹਾਨੂੰ, ਬਹੁਤ ਕੁਛ ਕਿਹਾ ਉਹਨੇ ਮੈਨੂੰ। ਤੇ ਇੱਕ ਦਿਨ ਸਟੈਨੋ ਆਇਆ ਸਾਈਨ ਕਰਾਉਣ, ਛੁੱਟੀ ਦਾ ਦਿਨ, ਤੇ ਕੇਸੀ ਨਹਾ ਕੇ ਬੈਠੇ ਸਾਹਿਬ। ਇਹ ਘਟਨਾ ਸੁਣਾ ਕੇ ਫਿਰ ਮੈਂ ਹੋਰ ਪਾਸੇ ਚੱਲੂ। ਉਹ ਸਟੈਨੋ ਮੇਰੇ 'ਤੇ ਖਿੱਚਦਾ ਬਹੁਤ ਸੀ ਤੇ ਮੈਂ ਨਾ ਸ਼ਿਸ਼ਟਾਚਾਰ ਵਜੋਂ ਪਲੇਟ 'ਚ ਜਾਮਣ ਪਾ ਕੇ ਵੀ ਪਏ ਆ ਵਾਧੂ, ਐਂ ਕਰਕੇ ਰੱਖਤੇ ਲਿਜਾ ਕੇ ਸਾਹਮਣੇ ਸਾਹਿਬ ਦੇ। ਤੇ ਉਸ ਸਟੈਨੋ ਨੂੰ ਵੀ ਕਹਿੰਦੇ ਲੈ ਲਾ ਕਾਕਾ। ਉਹਨੇ ਇੱਕ ਜਾਮਣ ਖਾ ਲਿਆ ਚੁੱਕ ਕੇ, ਕਹਿੰਦਾ ਸਰ ਇਹ ਜਾਮਣ ਤਾਂ ਬੱਕ ਹੈ ਸਰ, ਫਿਰੋਜ਼ਪੁਰ ਵਾਲੇ ਜਾਮਣ ਵੇਖੋ ਖਾ ਕੇ। ਆਂਦਾ ਹੈ, ਆਂਦਾ ਸਰ ਇਹ ਤਾਂ ਕੁਛ ਵੀ ਨਹੀਂ, ਇਹ ਜਾਮਣ ਕੋਈ ਬੱਕ ਇਹ ਨਾ ਖਾਇਆ ਕਰੋ, ਐਵੇਂ ਤੁਹਾਨੂੰ ਰੱਖ ਗਿਆ ਇਹ ਪਾ ਕੇ ਪਲੇਟ 'ਚ। ਤੁਸੀਂ ਜਾਮਣ ਖਾਓ ਫਿਰੋਜ਼ਪੁਰ ਵਾਲੇ, ਪਤਾ ਲੱਗੇ ਤੁਹਾਨੂੰ ਜਾਮਣ ਖਾਧਾ। ਉਹ ਕਹਿੰਦਾ ਜਾ ਓਏ ਫਿਰੋਜ਼ਪੁਰ ਜਾ, ਜਾਮਣ ਲੈ ਕੇ ਆ। ਮੈਂ ਕਿਹਾ ਦੱਸ
ਹੱਦ ਹੀ ਹੋਈ ਪਈ ਆ ਯਾਰ। ਉਹ ਤਾਂ ਚਲਾ ਗਿਆ ਹੈ, ਰੁਪਈਏ ਮੇਰੇ ਕੋਲ 20 ਜੇਬ 'ਚ। ਤੇ ਮੈਂ ਸਾਦਕ ਚੌਂਕ 'ਚ ਆਇਆ, ਉੱਥੇ ਇੱਕ ਖਰਾਣਾ ਸੀ, ਉਹਦੀ ਦੁਕਾਨ ਸੀ ਤੇ ਉਹਦਾ ਮੁੰਡਾ ਸਾਡੇ ਉੱਥੇ ਜੱਜ ਦੇ ਟਾਈਪ ਕਰਦਾ ਸੀ। ਮੈਂ ਖਰਾਣਾ ਜੀ ਤੁਹਾਡੇ ਬੇਟੇ ਨੂੰ 50 ਰੁਪਏ ਬਾਅਦ 'ਚ ਦੇ ਦੂੰਗਾ, ਮੈਨੂੰ 50 ਰੁਪਏ ਦੇ ਦਿਓ, ਮੈਂ ਨਾ ਫਿਰੋਜ਼ਪੁਰ ਜਾਮਨਾ ਲੈਣ ਜਾਣੀ ਆ। ਉਹ ਕਹਿੰਦਾ ਕਾਹਦੇ ਵਾਸਤੇ ਲੈਣ ਜਾਣੀ ਆ? ਮੈਂ ਕਿਹਾ ਜੱਜ ਸਾਹਿਬ ਕਹਿੰਦੇ ਆ ਵੀ ਜਾਮਨਾ ਫਿਰੋਜ਼ਪੁਰ ਵਾਲੀਆਂ ਵਧੀਆ ਹੁੰਦੀਆਂ, ਟੇਸਟੀ ਹੈ। ਉਹ ਕਹਿੰਦਾ ਬੇਵਕੂਫਾ, ਇੱਥੇ ਕੁੱਤੇ ਨਹੀਂ ਖਾਂਦੇ, ਢੇਰ ਲੱਗੇ ਪਏ, ਲੋਕ ਮਿੱਧੀ ਜਾਂਦੇ ਆ, ਤੇ ਤੂੰ ਫਿਰੋਜ਼ਪੁਰ ਚੱਲਿਆ। ਮੈਂ ਕਿਹਾ ਜੀ ਫਿਰ ਹੁਣ ਕੀ ਕਰਾਂ? ਕਹਿੰਦਾ ਚੁੱਪ ਕਰ ਰਿਹਾ, ਇੱਥੋਂ ਕਿਲੋ ਲੈ ਲਾ 20 ਦੀਆਂ, ਪਾ ਕੇ ਲਿਫਾਫੇ 'ਚ ਲੈ ਜਾ, ਉੱਤੇ ਮੋਹਰ ਲੱਗੀ ਵੀ ਫਿਰੋਜ਼ਪੁਰ ਦੀਆਂ। ਮੈਂ ਕਿਹਾ ਠੀਕ ਆ ਜੀ। ਮੈਂ ਲੈ ਗਿਆ, ਉਵੇਂ ਕੀਤਾ, ਲਿਜਾ ਕੇ ਪਲੇਟ 'ਚ ਪਾ ਕੇ। ਮੈਂ ਕਿਹਾ ਸਰ 2 ਘੰਟੇ ਮੈਂ ਇੱਧਰ ਉੱਧਰ ਦੋਸਤਾਂ ਨੂੰ ਮਿਲਦਾ ਰਿਹਾ, ਕਿਸੇ ਨੂੰ ਦੱਸਿਆ ਨਹੀਂ ਵੀ ਕਿੱਥੋਂ ਆਇਆ, ਤੇ ਆ ਗਿਆ ਓਏ। ਮੈਂ ਕਿਹਾ ਕਾਹਦੇ 'ਤੇ ਗਿਆ ਸੀ? ਪਹਿਲਾਂ ਤਾਂ ਕਹਿਣ ਲੱਗਾ ਸੀ ਵੀ ਜਿਹੜਾ ਤੂੰ ਹਵਾਈ ਜਹਾਜ਼ ਕਰਾ ਕੇ ਦਿੱਤਾ ਵੀ ਉਹ 'ਤੇ ਗਿਆ ਸੀ। ਤੇ ਮੈਂ ਕਿਹਾ ਜੀ ਬੱਸ 'ਤੇ ਗਿਆ ਸੀਗਾ, ਤੇ ਮੈਂ ਲਿਆਇਆ ਲਿਫਾਫਾ ਤੇ ਲਿਆ ਕੇ ਪਾ ਕੇ ਵੇਖੀਏ ਫਿਰੋਜ਼ਪੁਰ ਜਾਮਨਾ ਕਿਹੋ ਜਿਹੀਆਂ ਫਿਰੋਜ਼ਪੁਰ। ਉਹੀ ਮੈਂ ਪਾ ਕੇ ਧੋਤੀਆਂ ਵੀ ਨਹੀਂ, ਤੇ ਉਹੀ ਪਾ ਕੇ ਹੋਰ ਕੀ, ਮੈਂ ਕਿਹਾ ਪਤਾ ਲੱਗੇ ਇਹਨੂੰ, ਪਾ ਕੇ ਤੇ ਪਲੇਟ 'ਚ ਮੈਂ ਕਿਹਾ ਲਓ ਸਰ ਖਾਓ ਜੀ। ਤੇ ਖਾ ਕੇ ਓਏ ਵਾਕਿਆ ਓਏ ਰੀਡਰ ਬਹੁਤ ਸਿਆਣਾ ਮੁੰਡਾ, ਓਏ ਵਾਕਿਆ ਹੀ ਜਾਮਨਾ ਬਹੁਤ ਸਵਾਦ ਆਹ, ਇਹੋ ਜਿਹੀ ਜਾਮਨ ਪੁੱਤ ਮੈਂ ਵੇਖੀ ਨਹੀਂ, ਤੂੰ ਲਿਆ ਹੀ ਕਰ ਫਿਰੋਜ਼ਪੁਰੋਂ। ਹੁਣ ਇਸ ਤੁਸੀਂ ਸਿਸਟਮ ਤੇ, ਇਸ ਸ਼ਿਸ਼ਟਾਚਾਰ ਤੇ, ਇਸ ਪ੍ਰਣਾਲੀ ਤੇ ਉੱਤੇ ਤੁਸੀਂ ਕਿੱਥੇ ਤੁਸੀਂ ਕਰੋਗੇ? ਜਦੋਂ ਜਾਮਨਾ ਤੋਂ ਗੱਲ ਬੀਬੀ ਨੇ ਕਰਾਤੀ ਚੇਤੇ, ਕੱਲ ਜੋ ਮੈਂ ਤੁਰਨ, ਮੈਂ ਕਿਹਾ ਬੀਬੀ ਚੰਡੀਗੜ੍ਹ 'ਚ ਵੀ ਜਾਮਨਾ ਬਹੁਤ ਆ, ਪਰ ਜੱਜ ਬਹੁਤ ਘੱਟ ਆ, ਇਸ ਕਰਕੇ ਮੈਂ ਇਸ ਕਰਕੇ ਨਹੀਂ ਮਿਲ ਜਾਂਦਾ। ਪਤਾ ਕੀ ਹੈ, ਸਮਾਂ, ਸਬੱਬ ਤੇ ਵਿਧਾ, 3 ਚੀਜ਼ਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ। ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ, ਇੱਕ ਸਮਾਂ ਬਣਿਆ, ਵਿਧਾ ਬਣੀ, ਮੈਡਮ ਹੋਰਾਂ ਨੇ, ਤੁਸੀਂ ਸਾਰਿਆਂ ਨੇ ਇੱਕ ਆਪਾਂ ਨੂੰ ਇਕੱਠੇ ਕਰਤਾ, ਠੀਕ, ਗੋਸ਼ਟੀ ਹੋ ਰਹੀ ਹੈ, ਦੂਰ ਦੂਰ ਤੱਕ ਇਹਦਾ ਮੈਸੇਜ ਆਏਗਾ, ਦੇਸ਼ਾਂ ਵਿਦੇਸ਼ਾਂ 'ਚ ਲੋਕ ਦੇਖਣਗੇ, ਇੱਕ ਰੈਕਟ ਬਣ ਰਿਹਾ। ਇਹ ਸਮਾਂ ਮੁੜ ਕੇ ਨਹੀਂ ਆਉਣਾ। ਆਉਣ ਵਾਲੇ ਜਦੋਂ ਆਪਾਂ ਸਮੇਂ 'ਚ ਆਵਾਂਗੇ, ਕੋਈ ਵਿੱਚ ਹੋਰ ਸ਼ਮੂਲੀਅਤ ਕਰੇਗਾ, ਕੋਈ ਗੈਰ ਹਾਜ਼ਰ ਹੋਏਗਾ। ਖੂਹ ਨੂੰ ਖੂਹ ਨਹੀਂ ਮਿਲ ਸਕਦਾ, ਕਿਉਂਕਿ ਉਹ ਧਰਤੀ 'ਚੋਂ ਪੈਦਾ ਹੋਇਆ। ਬੰਦੇ ਨੂੰ ਬੰਦਾ ਫੇਰ ਪਤਾ ਨਹੀਂ ਕਿਹੜੇ ਮੋੜ ਤੇ ਕਦੋਂ ਕਿੱਥੇ ਮਿਲ ਜਾਏਗਾ। ਬੰਦੇ ਮਿਲ ਪੈਣ ਮਿਲ ਨਾਨੀ ਖੂਹਾਂ ਨੇ ਗਤੀ ਦਾ ਆਉਂਦਾ ਵੇਮ ਨਹੀਂ, ਵਸਦੇ ਜਹਾਨ 'ਚ ਭਰਦੇ ਮਠਾਸ ਸ਼ਹਿਰਾਂ ਦੀ ਜ਼ੁਬਾਨ 'ਚ। ਪਾਰਸ ਰਾਮੂ ਵਾਲੀਆ ਲਿਖਦਾ ਸੀ, ਕਰਨੈਲ ਸਿੰਘ ਪਾਰਸ। ਮੈਨੂੰ ਬਹੁਤ ਸਾਰੇ ਬੰਦੇ ਕਹਿੰਦੇ ਆ ਵੀ ਤੂੰ ਨਾ ਉਹ ਗੱਲ ਹੁਣ ਛੱਡ ਦਿਆ ਕਰ, ਵੀ ਮੈਂ ਅਰਦਲੀ ਹੁੰਦਾ ਸੀ, ਮੈਂ ਉਹ ਹੁੰਦਾ ਸੀ। ਮੈਂ ਕਿਹਾ ਯਾਰ ਤੁਸੀਂ ਮੈਨੂੰ ਜੜ੍ਹਾਂ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਤਾਂ ਕਾਲੀ ਹੋਰੀ ਕਰਦੇ ਆ। ਜਿਹੜਾ ਬੰਦਾ ਇਹ ਮੈਂ ਕਿਹਾ ਇੱਕ ਪੰਛੀ ਸੀਗਾ, ਇਹ ਤੁਸੀਂ ਕਵਿਤਾ ਖੁੱਲ੍ਹੀ ਕਹਿ ਲਓ ਕਿ ਆਪਣੇ ਆਪ ਹੀ ਉਮੜਿਆ, ਕਿਸੇ ਰੂਬਰੂ 'ਚ ਹੀ ਬੋਲ ਗਿਆ ਸੀ। ਤੇ ਜੰਗਲ ਚੁੜ ਰਿਹਾ, ਸ਼ਾਮ ਪਈ, ਘਟਾਵਾਂ ਚੜ੍ਹੀਆਂ, ਹਨੇਰੀ ਚੜ੍ਹੀ, ਬੱਦਲ ਚੜ੍ਹੀ, ਤੇ ਪੰਛੀ ਭਟਕ ਗਿਆ ਹਨੇਰੀ ਦੇ ਵਿੱਚ। ਮੀਂਹ ਜ਼ੋਰ ਨਾਲ ਆਇਆ ਤੇ ਉਹਨੂੰ ਇੱਕ ਦਰਖਤ ਨੇ ਹਾਕ ਮਾਰੀ ਕਿ ਪਿਆਰੇ ਪੰਛੀ ਆ ਬੈਠ ਮੇਰੀ ਟਾਹਣੀ ਤੇ, ਤੈਨੂੰ ਸ਼ਰਨ ਦੇਵਾਂ। ਉਹ ਪਿਆਰਾ ਪੰਛੀ, ਦੁਖਿਆਰਾ ਪੰਛੀ ਦਰਖਤ ਦੀ ਟਾਹਣੀ ਦੇ ਵਿੱਚ ਵੜ ਕੇ ਉੱਥੇ ਅੱਖਾਂ ਮੀਟ ਕੇ ਬੈਠ ਜਾਂਦਾ ਹੈ। ਉਹ ਕਾਲੀ ਬੋਲੀ ਕਲੈਣੀ ਕਲੱਛਣੀ ਕੱਕਰਾਂ ਮਾਰੀ, ਹਨੇਰੀ ਝੰਬੀ ਰਾਤ ਬੀਤ ਜਾਂਦੀ ਹੈ। ਸਵੇਰੇ ਸੂਰਜ ਦੀਆਂ ਕਿਰਨਾਂ ਉਹਦੀਆਂ ਅੱਖਾਂ 'ਚ ਪਈਆਂ, ਉਹ ਜਾਗਿਆ, ਰੱਬ ਦਾ ਸ਼ੁਕਰਾਨਾ ਕੀਤਾ, ਉਹਨੇ ਖੰਭ ਝਾੜੇ, ਪਾਣੀ ਥੱਲੇ ਗਿਰਿਆ ਤੇ ਉਹ ਆਪਣੀ ਮੰਜ਼ਿਲ ਵੱਲ ਨੂੰ ਸਿੱਧਾ ਉਡਾਰੀ ਮਾਰ ਗਿਆ। ਪਰ ਇੱਕ ਰਾਤ ਦੁਖਦਾਈ ਉਸ ਪੰਛੀ ਦੀ ਟਾਹਣੀ ਤੇ ਬਿਤਾਈ, ਰੁੱਖ ਦੀ ਟਾਹਣੀ ਤੇ ਬਿਤਾਈ। ਉਸ ਪੰਛੀ ਨੂੰ ਤਾ ਉਮਰ ਨਹੀਂ ਭੱਲੀ ਹੋਣੀ। ਮੈਂ ਤਾਂ ਮਨੁੱਖ ਹਾਂ ਯਾਰ, ਜਿਹੜੇ ਭੁੱਲ ਜਾਂਦੇ ਨੇ ਉਹ ਡੁੱਲ ਜਾਂਦੇ ਨੇ। ਇੱਦਾਂ ਨਾ ਤੁਸੀਂ ਤਾਂ ਮੈਨੂੰ ਜਦੋਂ ਮੈਂ ਆ ਗਿਆ ਨਾ ਪਟਿਆਲੇ ਭਾਸ਼ਾ ਵਿਭਾਗ 'ਚ ਜੱਜ ਦੀ ਨੌਕਰੀ ਦੀ ਅਰਦਲੀ ਦੀ ਛੱਡ ਕੇ, ਤੇ ਅਜੀਤ ਸਿੰਘ ਕੱਕੜ ਹੁੰਦੇ ਸੀ ਡਾਇਰੈਕਟਰ। ਉਦੋਂ ਮੈਂ ਬਹੁਤਾ ਨਹੀਂ ਸੀ ਲਿਖਦਾ, ਪੰਜਾਬੀ ਟ੍ਰਿਬਿਊਨ 'ਚ ਮੇਰਾ ਕਦੇ ਕਦੇ ਕੋਈ ਲੇਖ ਆਉਂਦਾ ਹੁੰਦਾ ਸੀ। ਇਹ ਸਿਰਜਣਾ ਜਿਹੜੀ ਡਾਕਟਰ ਰਵੇਲ ਜੀ ਨੇ ਗੱਲ ਸ਼ੁਰੂ ਕੀਤੀ ਸੀ ਵੀ ਸਿਰਜਣਾ ਕਿੱਥੋਂ ਆਉਂਦੀ ਹੈ, ਸਿਰਜਣਾ ਸ਼ਕਤੀ, ਸਿਰਜਣਸ਼ੀਲਤਾ, ਸਿਰਜਣਹਾਰਾ ਕਦੋਂ ਬਣਦਾ ਬੰਦਾ। ਉਹ ਛੋਟੇ ਮੋਟੇ ਜੀਵਨੀਆਂ ਜਿਹੀਆਂ ਲਿਖਦਾ ਸੀ। ਜਮਲਾ ਜੀ ਦੇ ਚੇਲਿਆਂ ਦੇ ਲੇਖ ਲੋਕ ਜੇ ਟ੍ਰਿਬਿਊਨ 'ਚ ਨਵਾਂ ਜ਼ਮਾਨਾ ਚਾਹੁੰਦੇ ਹੁੰਦੇ ਸੀ। ਬਸ ਜਦੋਂ ਮੈਂ ਉੱਥੇ ਆ ਗਿਆ ਨਾ ਪਟਿਆਲੇ ਭਾਸ਼ਾ ਵਿਭਾਗ 'ਚ, ਜੱਜ ਦਾ ਅਰਦਲੀ ਵਿਸਰ ਗਿਆ। ਜਦੋਂ ਅਰਦਲੀ ਸੀ ਉਦੋਂ ਕਲਮ ਰੁੱਸ ਗਈ ਵੀ ਤੂੰ ਕਿਹੜੇ ਚੱਕਰਾਂ 'ਚ ਪਿਆ, ਤੂੰ ਵੀ ਟੁੱਟ ਗਈ, ਇਹ ਤੂੰ ਤਾਂ ਤੂੰਬੀ ਦਾ ਵਾਰਸ ਸੀ ਤੇ ਤੂੰ ਕਿੱਥੇ ਤੁਰਿਆ ਫਿਰਦਾ।
ਕਲਮ ਤੇ ਤੂੰ ਵੀ ਰੁੱਸ ਗਈਆਂ, ਡਿਪਰੈਸ਼ਨ ਹੋ ਗਿਆ, ਮਾੜੇ ਸੁਪਨੇ ਆਉਣ ਲੱਗ ਗਏ, ਅੱਧੀ ਅੱਧੀ ਰਾਤ ਨੂੰ ਉੱਠ ਕੇ ਬਹਿ ਜਾ ਕਰਾਂ, ਮਾਂ ਰੋਇਆ ਕਰੇ, ਕਿਸੇ ਭੂਤ ਨੂੰ ਚਿੰਬੜ ਗਈ, ਕਿਸੇ ਪੀਰ ਫਕੀਰ ਦੀ ਜਗ੍ਹਾ ਤੇ ਪਿਸ਼ਾਬ ਕਰ ਆਇਆ ਜਾਂ ਲੰਘ ਗਿਆ ਉੱਤੋਂ, ਭੁੱਲਣਾ ਹੋ ਗਈ ਆ ਮੇਰੇ ਪੁੱਤ ਨੂੰ। ਪਰ ਆ ਜਿਹੜੀ ਹੈ ਨਾ ਸਾਈ ਤੇ ਇਹਦੀ ਨੋਕ ਕਿਥੋਂ ਨੂੰ ਟਿਕਣ ਨਹੀਂ ਦਿੰਦੀ। ਆ ਗਿਆ ਜੱਜਦਾਰ ਦੇ ਲਈ ਕੋਈ ਮੇਰੇ ਵਿਚਾਰ ਨਹੀਂ ਸੀ, ਮੈਂ ਲਿਖੂੰਗਾ ਕੀ ਕਰੂੰ। ਮੈਨੂੰ ਕਹਿੰਦੇ ਕੱਕੜ ਸਾਹਿਬ ਵੀ ਬੇਟਾ ਤੂੰ ਅਰਦਲੀ ਦੀ ਨੌਕਰੀ ਪੱਕੀ ਛੱਡ ਕੇ ਆ ਗਿਆ ਤੇ ਸਾਡੇ ਕੋਲ ਤਾਂ ਪੰਜਾਬ ਸਰਕਾਰ ਦੇ ਮਹਿਕਮੇ ਭਾਸ਼ਾ ਵਿਭਾਗ ਕੋਲ ਤਾਂ ਹੈ ਹੀ ਨਹੀਂ ਕੁਛ, ਇੱਥੇ ਤਾਂ ਤੈਨੂੰ ਅਸੀਂ ਲਾ ਲਾਂਗੇ, ਮਾਲੀ ਲਾ ਸਕਦੇ ਹਾਂ, ਮਾਲੀ ਦਾ ਕੰਮ ਆਉਂਦਾ। ਮੈਂ ਕਿਹਾ ਜੀ ਮੈਂ ਮਹਾਜਨਾਂ ਦਾ ਮੁੰਡਾ, ਸਾਡੇ ਕੋਲ ਖੇਤ ਵੀ ਥੋੜ੍ਹਾ ਜਿਹਾ, ਮੈਂ ਖੇਤ ਵੀ ਕੰਮ ਪਿਓ ਨਾਲ ਕਰਦਾ, ਮਾਲੀ ਕਿਉਂ ਨਾ ਕਰੋ ਲੱਗੂਗਾ। ਤੇ ਮੈਨੂੰ ਉਹਨਾਂ ਨੇ ਉੱਥੇ ਦਿਹਾੜੀ ਤੇ ਡੇਲੀ ਵੇਜਸ ਤੇ ਮਾਲੀ ਰੱਖ ਲਿਆ ਤੇ ਸਾਰਾ ਦਿਨ ਮੈਂ ਫੁੱਲਾਂ ਬੂਟਿਆਂ ਨਾਲ ਗੱਲਾਂ ਕਰਦਾ ਸੀ। ਤੇ ਇੱਕ ਦਿਨ ਸਿਖਰ ਦੁਪਹਿਰੇ ਮੈਂ ਇੱਕ ਗੁਲਾਬ ਦੇ ਫੁੱਲ ਦੀਆਂ ਕਲਮਾਂ ਨੂੰ ਚੋਖ ਰਿਹਾ ਤਾਂ ਫੁੱਲ ਨਾਲ ਗੱਲਾਂ ਕਰਨ ਲੱਗ ਗਿਆ ਕਿ ਉਸਤਾਦ ਲਾਲ ਚੰਦ ਕਹਿੰਦਾ ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਂਗਾ, ਉਹਨੇ ਲਵੇਂਗਾ ਨਜ਼ਾਰੇ, ਉਹ ਜਿੰਨਾ ਰੁਕ ਜਾਵੇਂਗਾ, ਬਾਲਾ ਨਾ ਖਿੜ। ਫਿਰ ਸੋਚਦਾ ਮੇਰੀ ਜ਼ਿੰਦਗੀ ਹੈ, ਤੈਨੂੰ ਖਿੜਨੇ ਦੀ ਡਾਲੀ ਨੇ ਹੈਰਾਨ ਕਰਨਾ, ਮਲ ਹੱਥਾਂ ਵਿੱਚ ਲੋਕਾਂ ਨੇ ਵਰਾਨ ਕਰਨਾ, ਰਹਿਣੀ ਆਪ ਨਹੀਂ ਉਹ ਤੇਰੀ ਜਦੋਂ ਉੱਕ ਜਾਵੇਂਗਾ, ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ। ਫਿਰ ਉਹ ਤੋਂ ਬਾਅਦ ਮੈਂ ਕਮਰੇ 'ਚ ਆਇਆ, ਉੱਥੇ ਸਾਹਿਤ ਸਦਨ ਬਣਿਆ ਸੀ ਜਿਹੜਾ ਆਪਣੇ ਕਲਾ ਭਵਨ ਵਰਗਾ, ਉੱਤੇ ਆ ਕੇ ਮੈਂ ਉੱਥੇ ਸੌਂ ਜਾਂਦਾ ਸੀ ਰਾਤ ਨੂੰ ਚਾਦਰ ਲੈ ਕੇ। ਤੇ ਸਰਕਾਰੀ ਕਾਗਜ਼ਾਂ ਦੇ ਉੱਤੇ ਫਿਰ ਮੈਂ ਨਿਬੰਧ ਲਿਖਿਆ ਮਾਲੀ ਦੀਆਂ ਫੁੱਲ ਨਾਲ ਗੱਲਾਂ, ਤੇ ਹਰਭਜਨ ਹਲਵਾਰ ਵੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸੀ। ਉਦੋਂ ਦਾ ਟਾਈਪਾਂ ਟੂਪਾਂ ਆਈਆਂ ਨਹੀਂ ਸੀ, ਇਹ ਗੱਲ ਤਾਂ ਮੈਂ ਕਰ ਰਿਹਾ 96 97 ਦੀ। ਉਹੀ ਲਿਖ ਕੇ ਤੇ ਪਾ ਕੇ ਚਿੱਠੀ 'ਚ ਤੇ ਉਹ ਭੇਜਤਾ। ਤੇ ਪੰਜਾਬੀ ਟ੍ਰਿਬਿਊਨ ਸੰਡੇ ਦੇ ਫਰੰਟ ਪੇਜ ਜਿਹੜਾ ਕਲਰ ਵਾਲਾ ਮੈਗਜ਼ੀਨ, ਉੱਤੇ ਉਹਨਾਂ ਨੇ ਉਹ ਫੁੱਲ ਲਾ ਕੇ ਨਾਲ ਤੇ ਉਹ ਲੋਕ ਆਖਣ ਵੀ ਹੈ ਮਾਲੀ ਵੀ ਲਿਖ ਲੈਂਦੇ ਆ। ਕੱਕੜ ਸਾਹਿਬ ਨੇ ਬੁਲਾਇਆ, ਪੜ੍ਹ ਕੇ ਕਹਿੰਦੇ ਬੇਟਾ ਯਾਰ ਤੂੰ ਤਾਂ, ਮੈਂ ਹੁਣ ਤੈਨੂੰ ਇੱਦਾਂ ਕਰਦਾ ਤੂੰ ਮਾਲੀ ਵਾਲਾ ਕੰਮ ਛੱਡ। ਮੈਂ ਕਿਹਾ ਜੀ ਫਿਰ ਮੇਰੀ ਕਲਮ ਫੇਰ ਰੁਕ ਜੂਗੀ। ਕਹਿੰਦੇ ਨਹੀਂ ਹੁਣ ਤੂੰ ਕੂਲਰਾਂ 'ਚ ਪਾਣੀ ਪਾ ਦਿਆ ਕਰ। 150 ਕੂਲਰ ਸੀ, 6 ਮੰਜ਼ਿਲਾ ਸੀ, ਮੈਂ ਸਵੇਰੇ ਉੱਠ ਕੇ ਕੂਲਰਾਂ 'ਚ ਪਾਣੀ ਪਾਉਂਦਾ ਸੀ। ਉਸ ਤੋਂ ਬਾਅਦ ਫਿਰ ਮੈਂ ਆਪਦਾ ਮਾਲੀ ਦਾ ਕੰਮ ਕਰਦਾ ਸੀ। ਉੱਥੇ ਮੈਨੂੰ ਫਿਰ ਪਤਾ ਲੱਗਿਆ ਕਿ ਜੇ ਮੈਂ ਫੁੱਲ ਨਾਲ ਗੱਲਾਂ ਕੀਤੀਆਂ ਤੇ ਮੈਂ ਜੱਜ ਨਾਲ ਗੱਲਾਂ ਕਿਉਂ ਨਾ ਕਰਾਂ। ਤੇ ਮੈਂ ਇੱਕ ਲੇਖ ਲਿਖਿਆ ਸਾਹਿਤਕਾਰ ਨੂੰ ਮਿਲੀ ਸਰਕਾਰੀ ਨੌਕਰੀ, ਤੇ ਗੁਰਬਚਨ ਭੁੱਲਰ ਬਣ ਗਏ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ, ਤੇ ਹਲਵਾਰ ਵਿੱਚ ਹੀ ਚਲੇ ਗਏ। ਉਹ ਉੱਥੇ ਆਏ, ਇੱਕ ਉਦੋਂ ਉਹ ਐਡੀਟਰ ਨਹੀਂ ਸੀ ਬਣੇ, ਉਹ ਇੱਕ ਭਾਸ਼ਾ ਵਿਭਾਗ ਦੀ ਵਿਸ਼ਵ ਕੋਸ਼ ਕਮੇਟੀ ਦੇ ਮੈਂਬਰ ਸੀ। ਤੇ ਉਹ ਆਏ ਤੇ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੀਆਂ ਕਹਾਣੀਆਂ ਪੜ੍ਹਦਾ ਹੁੰਦਾ। ਕਹਿੰਦੇ ਕਿਹੜਾ ਪਿੰਡ ਹੈ ਤੇਰਾ? ਮੈਂ ਕਿਹਾ ਜੀ ਫਰੀਦਕੋਟ ਆ, ਨਿੰਦਰ ਕਗਿਆਣੀ। ਉਹ ਖਬਰਾਂ ਜੀਆਂ 'ਚ ਆਉਂਦਾ ਹੁੰਦਾ, ਸਾਹਿਤ ਦੀਆਂ 'ਚ ਤੂੰ ਹੀ ਆ ਉਹ? ਮੈਂ ਕਿਹਾ ਜੀ ਹੈ ਤਾਂ ਤੂੰ ਨਿੱਕਾ ਜਿਹਾ ਹੀ। ਮੈਂ ਕਿਹਾ ਜੀ ਮੈਂ ਵੱਡਾ ਕਿਵੇਂ ਹੋ ਜਾ, ਜਿੱਕਾ ਤਾਂ ਨਿੱਕਾ ਹੀ ਆ। ਤੇ ਉਦੋਂ ਮਿਲੇ ਸੀ ਤੇ ਬਾਅਦ 'ਚ ਐਡੀਟਰ ਬਣ ਗਏ। ਤੇ ਮੈਂ ਉਹਨਾਂ ਨੂੰ ਭੇਜਤੀ ਵੀ ਤੁਸੀਂ ਭਾਸ਼ਾ ਵਿਭਾਗ 'ਚ ਮੈਨੂੰ ਮਿਲੇ ਸੀ, ਮੈਂ ਉੱਥੇ ਮਾਲੀ ਸੀ, ਤੁਸੀਂ ਮੈਨੂੰ ਕਿਹਾ ਸੀ ਤੇ ਆ ਮੈਂ ਲੇਖ ਭੇਜਿਆ। ਉਹਨਾਂ ਨੇ ਨਾ ਲੇਖ ਪੜ੍ਹ ਕੇ ਮੈਨੂੰ ਇੱਕ ਚਿੱਠੀ ਲਿਖੀ, ਉਦੋਂ ਫੋਨ ਅਜੇ ਨਹੀਂ ਸੀ ਆ, ਤੇ ਵੀ ਪਿਆਰੇ ਨਿੰਦਰ ਤੇਰੀ ਮੈਨੂੰ ਯਾਦ ਆਈ ਕਿ ਤੂੰ ਮੈਨੂੰ ਮਿਲਿਆ ਸੀ ਉੱਥੇ ਸ਼ਹੀਦਾਂ ਸਾਹਿਬ ਦੇ, ਕੱਕੜ ਸਾਹਿਬ ਦੇ ਬਾਰ 'ਚ ਖੜਾ ਸੀ, ਤੇ ਬੇਟਾ ਤੇਰਾ ਲੇਖ ਮੈਂ ਪੜ੍ਹਿਆ, ਇਹੋ ਜਿਹੇ 5-7 ਹੋਰ ਲਿਖ ਕੇ ਭੇਜ। ਮੈਨੂੰ ਉਤਸ਼ਾਹ ਮਿਲ ਗਿਆ ਵੀ ਹੈਂ ਚਿੱਠੀ ਆਈ ਆ। ਮੈਂ ਗਾਂ ਲਿਖਦਾ ਵੀ ਐ ਮਿਲੀ ਮੈਨੂੰ ਨੌਕਰੀ, ਐ ਮੇਰੀ ਇੰਟਰਵਿਊ ਹੋਈ, ਐ ਮੈਂ ਜੱਜ ਨੂੰ ਗਾਣੇ ਸੁਣਾਏ, ਐ ਮੈਂ ਲੱਗਿਆ ਪਹਿਲੀ ਤਨਖਾਹ ਐ ਮਿਲੀ, ਫਿਰ ਜੱਜ ਦੀ ਕੱਟੀ ਮਰ ਗਈ, ਫਿਰ ਮੱਝ ਮਰ ਗਈ, ਫਿਰ ਕੁੱਤੇ ਆ ਗਏ, ਬਿੱਲੀਆਂ ਆ ਗਈਆਂ, ਸਾਰਾ ਕੁਝ ਇਕੱਠਾ ਕਰਤਾ। ਉਹ ਲੜੀਵਾਰ ਛਾਪਣ ਲੱਗ ਗਏ ਪੰਜਾਬੀ ਟ੍ਰਿਬਿਊਨ 'ਚ। ਉੱਥੋਂ ਫਿਰ ਉਹ ਜਦੋਂ ਚੱਲਿਆ ਤੇ ਬਾਅਦ 'ਚ ਭੁੱਲਰ ਸਾਹਿਬ ਰਿਟਾਇਰ ਹੋ ਗਏ। ਮੈਨੂੰ ਕਹਿੰਦੇ ਬੇਟਾ ਉਹ ਇਕੱਠੇ ਕਰਕੇ ਮੈਨੂੰ ਭੇਜ, ਮੈਂ ਭੂਮਿਕਾ ਲਿਖਣ ਤੇਰੀ ਕਿਤਾਬ ਛਪ ਗਈ। ਉਹ ਮੇਰੀ ਕਿਤਾਬ ਛਪੀ, 20 ਰੁਪਏ ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਰੇਟ ਰੱਖਿਆ। ਉਹਦੇ ਉਹਨਾਂ ਨੇ 3 ਐਡੀਸ਼ਨ ਛਾਪਤੇ 1 ਸਾਲ 'ਚ। ਤੇ ਮੈਨੂੰ ਬਹੁਤ ਆਪਦੇ ਆਪ 'ਤੇ ਵੀ ਲੈ ਮੇਰੇ 3 ਐਡੀਸ਼ਨ ਛਪ ਗਏ। ਇੱਥੇ ਕਵੀ ਤਿੰਗੀ ਜਾਂਦੇ ਆ, ਕਵਿਤਾ ਲੱਗੇ, ਮੇਰੀ ਕਵਿਤਾ ਦੀ ਕਿਤਾਬ ਆ ਗਈ ਆ ਲੈ ਲਓ ਜੀ। ਤੇ ਮੈਨੂੰ ਵੀ ਬੜਾ ਵੀ ਮੇਰੇ 3 ਐਡੀਸ਼ਨ ਆ ਗਏ। ਫਿਰ ਚੇਤਨ ਵਾਲੇ ਨੇ ਛਾਪਤੀ, ਹੁਣ 12ਵਾਂ ਆਇਆ। ਮੈਨੂੰ ਫਿਰ ਬਹੁਤ, ਮੈਂ ਕਿਹਾ ਯਾਰ ਹੱਦ ਹੀ ਹੋਈ ਪਈ ਆ, ਖੂਹ ਦਾ ਡੱਡੂ ਹੈ ਨਾ। ਜਦੋਂ ਹਿੰਦੀ 'ਚ ਆਈ, ਇਹਨਾਂ ਨੇ ਉਹਨੂੰ ਕਿਹਾ ਸ਼ਿਲਾਲੇਖ ਵਾਲੇ ਨੂੰ, ਸਤੀਸ਼ ਨੂੰ, ਰਵੇਲ ਜੀ ਨੇ, ਹਿੰਦੀ 'ਚ ਆਈ ਤੇ ਮੈਨੂੰ ਕਾਨਪੁਰ ਤੋਂ ਫੋਨ, ਕਦੇ ਲਖਨਊ ਤੋਂ ਫੋਨ, ਕਦੇ ਕਿਤੋਂ, ਕਦੇ ਬਿਹਾਰ ਪਟਨਾ। ਮੈਂ ਕਿਹਾ ਮੈਨੂੰ ਸਮਝ ਨਹੀਂ ਆ ਰਹੀ, ਬੰਦੇ ਹਿੰਦੀ 'ਚ ਬੋਲਦੇ ਆ ਵੀ ਜੱਜ ਘਰ ਦੇ ਲਈ ਉਹ ਬੋਲ ਰਹੇ ਹੋ ਆਪ? ਮੈਂ ਕਿਹਾ ਜੀ ਹਮਾਰੇ ਪਾਸ ਆ ਜਾਓ, ਹਮਾਰੇ ਪਾਸ ਰਹੋ। ਮੈਂ ਕਿਹਾ ਹੱਦ ਹੋ ਗਈ, ਮੈਨੂੰ ਘਰ ਦੇ ਰੱਖਣ ਨੂੰ ਤਿਆਰ ਨਹੀਂ, ਬਾਹਰ ਲੋਕ ਕਿਵੇਂ ਰੱਖਣ ਨੂੰ ਤਿਆਰ। ਉਹ ਨਾ ਕਰਦੇ ਹਿੰਦੀ 'ਚ ਫਿਰ ਮੈਨੂੰ ਪਤਾ ਲੱਗਿਆ ਵੀ ਪੰਜਾਬੀ ਤੋਂ ਬਾਹਰ ਵੀ ਸਾਡੀ ਕੁਛ ਗੱਲ ਹੈਗੀ।
ਬਾਅਦ 'ਚੋਂ ਤੇਲਗੂ 'ਚ ਆ ਗਈ, ਕੰਨੜ 'ਚ ਆ ਗਈ, ਮਲਿਆਲਮ 'ਚ ਆ ਗਈ, ਸਿੰਧੀ 'ਚ ਆ ਗਈ, ਮੈਥਲੀ 'ਚ ਆ ਗਈ, ਗੁਜਰਾਤੀ 'ਚ ਆ ਗਈ, ਮਰਾਠੀ 'ਚ ਆ ਗਈ, ਹੁਣ ਉਹਦੇ 'ਚ NBT ਵੱਲੋਂ ਆ ਰਹੀ। ਮਤਲਬ ਤੁਸੀਂ ਉਹ ਆਪਾਂ ਸੰਤੁਸ਼ਟ ਹੋ ਜਾਂਦੇ। ਵੱਡੇ ਵੀਰ ਨੇ ਪੁੱਛਿਆ ਸੀ ਵੀ ਤੁਸੀਂ ਸੰਤੁਸ਼ਟ ਹੋ? ਕਾਹਦੀ ਸੰਤੁਸ਼ਟੀ ਯਾਰ? ਸਾਹਿਤ ਵਿੱਚ ਤੇ ਕਲਾ 'ਚ ਕਦੋਂ ਸੰਤੁਸ਼ਟੀ ਹੁੰਦੀ ਹੈ? ਜਦੋਂ ਮੇਰੇ ਉਸਤਾਦ ਜਮਲਾ ਜੀ ਹਸਪਤਾਲ ਪਏ ਸੀ, ਲਾਸਟ ਮੈਂ ਨਿੱਕਾ ਜਿਹਾ ਸੀਗਾ ਅਤੇ ਮੈਂ ਉੱਥੇ ਰੋਈ ਮੈਂ ਖੜਾ ਮੋਹਨ ਦੇਵੀ ਉਸ ਹਸਪਤਾਲ 'ਚ, ਅਤੇ ਉਹਨਾਂ ਦੀ ਲੱਤ ਕੱਟਣੀ ਸੀ, ਗੈਂਗਰੀਨ ਹੋ ਗਈ ਸੀ। ਹੁਣ ਮੈਨੂੰ ਸੀ ਵੀ ਮੇਰਾ ਉਸਤਾਦ ਪੂਰਾ ਹੋ ਜੂਗਾ ਨਾ। ਅਤੇ ਉਹ ਆਏ ਜੱਸੋਵਾਲ ਸਾਹਿਬ ਅਤੇ ਗੁਰਭਜਨ ਗਿੱਲ, ਉਸਤਾਦ ਜੀ ਤਗੜੇ ਹੋ? ਉਹਨੇ ਕਿਹਾ ਤਗੜੇ। ਅਤੇ ਜੱਸੋਵਾਲ ਕਹਿੰਦਾ ਕਿ ਜ਼ਿੰਦਗੀ 'ਚ ਖੁਸ਼ ਰਹੀਦਾ ਜਮਲਾ ਜੀ, ਨਾਰਾਜ਼ ਨਹੀਂ ਹੋਈਦਾ। ਊਂ ਤਾਂ ਸੰਤੁਸ਼ਟ ਹੋਣਾ, ਤੁਸੀਂ ਸੇਵਾ ਕੀਤੀ ਸੱਭਿਆਚਾਰ ਦੀ। ਉਹ ਕਹਿੰਦਾ ਸੰਤੁਸ਼ਟ ਨਹੀਂ ਹਾਂ ਜੱਸੋਵਾਲੀਆ, ਮੈਂ ਕੁਛ ਨਹੀਂ ਕੀਤਾ। ਉਹ ਚਲੇ ਗਏ, ਮੈਂ ਉੱਥੇ ਖੜਾ ਰਿਹਾ। ਉਹ ਮੁੰਡਾ ਆਇਆ ਜਦੋਂ ਸਰਜਰੀ ਕਰਦੇ ਆ, ਉਹ ਆ ਕੇ ਬਲੇਟ ਪਾਇਆ ਉਹਨੇ ਅਤੇ ਉਹ ਲੱਗ ਗਿਆ ਸ਼ੇਵ ਕਰਨ ਲੱਤ ਦੀ। ਉਹ ਕਹਿੰਦਾ ਕਾਕਾ ਕੀ ਕਰਦਾ? ਕਹਿੰਦਾ ਜੀ ਸ਼ੇਵ ਕਰਦਾ। ਕਹਿੰਦਾ ਲੱਤ ਦੀ ਸ਼ੇਵ ਕਰੀ ਦੀ ਹੁੰਦੀ ਆ? ਕਹਿੰਦਾ ਜੀ ਤੁਹਾਡੀ ਲੱਤ ਕੱਟਣੀ ਆ ਨਾ, ਗੈਂਗਰੀਨ ਹੋ ਗਈ। ਇਹੋ ਜਿਹੇ ਵੇਲੇ ਅੱਧਾ ਘੰਟਾ ਪਹਿਲਾਂ ਬੰਦਾ ਕਹਿ ਰਿਹਾ ਕਿ ਮੈਂ ਸੰਤੁਸ਼ਟ ਨਹੀਂ ਹਾਂ, ਅੱਧੇ ਘੰਟੇ ਬਾਅਦ ਉਹ ਬੰਦਾ ਕਲਾ ਨਾ ਜਿਹੜੀ ਕਲਾ ਦਾ ਦੁਆਰ ਤਾਂ ਪੂਰਾ ਹੀ ਨਹੀਂ ਕਦੇ ਹੋਇਆ ਕਿਸੇ ਤੋਂ। ਮੈਂ ਸੱਚੀ ਗੱਲ ਡਾਕਟਰ ਵੇਲ ਸਿੰਘ ਬੋਲੇ ਸੀ, ਮੈਂ ਮੇਰੇ ਬਾਰੇ ਉੱਥੇ ਬਹੁਤ ਹੌਸਲਾ ਮਿਲਿਆ ਸਾਹਿਤ ਸਭਾ ਦਿੱਲੀ ਭਵਨ 'ਚ ਵੀ ਜੇ ਯਾਰ ਸੰਤੁਸ਼ਟੀ ਹੁੰਦੀ ਤਾਂ ਫਿਰ ਖਾਕੀ ਲੀੜੇ ਪਾ ਕੇ ਚੱਪਲਾਂ ਪਾ ਕੇ ਉੱਥੇ ਖੜਾ ਹਾਜ਼ਰ ਹੋ, ਮਿੱਠੂ ਸਿੰਘ ਹਾਜ਼ਰ ਹੋ, ਤੋਤਾ ਸਿੰਘ ਕਰੀ ਜਾਣੀ ਸੀ। ਫਿਰ ਤਾਂ ਇੱਥੇ ਤੁਹਾਡੇ 'ਚ ਕਿੱਥੇ ਆ ਕੇ ਬਹਿਣਾ ਸੀ? ਫਿਰ ਉਹਨਾਂ ਜੱਜਾਂ ਨੂੰ ਪੜ੍ਹਾਉਣ ਕਿੱਥੇ ਜਾਣਾ ਸੀ, ਨਵੀਆਂ ਕਲਾਸਾਂ ਵਾਲਿਆਂ ਨੂੰ? ਠੀਕ ਹੈ ਨਾ। ਕਲਾ ਹੈ, ਕਲਾ ਦੀ ਉਂਗਲੀ ਕੁੱਲੀਆਂ 'ਚੋਂ ਤੁਰਦੀ ਹੋਈ ਕਲਾ ਮਹੱਲਾਂ 'ਚ ਚੱਲ ਜਾਂਦੀ ਹੈ। ਇਹਨੇ ਵੀ ਵੇਖੀ ਹੈ। ਠੀਕ ਹੈ। ਜਦੋਂ ਕਹਿੰਦਾ ਵੀ ਆਖੇ ਘੁਗਿਆਣ ਵੀ ਤੇ ਕਾਲੀ ਆ ਗਏ ਸਾਗ ਨਾਲ ਰੋਟੀ ਖਵਾਓ, ਨਹੀਂ ਮਥਰੋ। ਤੇ ਬੀਬੀ ਮਥਰੋ ਨੇ ਰੋਟੀ ਲਾਈ, ਉਹ ਰੋਟੀ ਥਾਲੀ ਲੁਕ ਗਈ, ਐਡੀ ਮੋਟੀ ਰੋਟੀ ਮੱਕੀ ਦੀ ਤੇ ਐਡਾ ਕੌਲਾ ਸਾਗ ਦਾ, ਉੱਤੇ ਘਿਓ ਤੇ ਮਿਰਚਾਂ ਤਰਨ, ਤੇ ਜਦੋਂ ਬੁਰਕੀ ਤੋੜ ਕੇ ਮੂੰਹ 'ਚ ਪਾਈ ਤੇ ਇੱਥੇ ਮੇਰੇ ਅੱਗ ਮੱਚੀ, ਸਿਰ 'ਚ ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ। ਮੈਂ ਕਿਹਾ ਮਰ ਗਿਆ ਗੁਰੂ ਜੀ, ਮਰ ਗਿਆ। ਕਹਿੰਦਾ ਕੀ ਗੱਲ ਏ ਪੁੱਤਰ, ਖਾਂਦਾ ਕਿਉਂ ਨਹੀਂ ਏ? ਉਹ ਮੈਂ ਕਿਹਾ ਮੈਂ ਮਰ ਗਿਆ, ਮੈਨੂੰ ਤਾਂ ਮੈਂ ਮਰਦਾ। ਕਹਿੰਦਾ ਕੀ ਗੱਲ ਏ? ਮੈਂ ਕਿਹਾ ਸਾਗ ਹੀ ਐਡਾ ਪਾਤਾ ਮਿਰਚਾਂ 'ਚ। ਉਹ ਮਥਰੋ, ਉਹ ਮੋਈਏ, ਮੁੰਡਾ ਮਰ ਚੱਲਿਆ, ਘੁਗਿਆਣ ਦੀ ਕਿਤਾਬ ਕੌਣ ਲਿਖੂ ਮੇਰੀ? ਇਹ ਨਹੀਂ ਤੂੰ ਮਿਰਚਾਂ ਪਾਈਆਂ ਸਾਗ 'ਚ, ਸਾਗ ਮਿਰਚਾਂ 'ਚ ਪਾਤਾ ਏ। ਮੇਰਾ ਉਹ ਗਰਾਈ ਮੂੰਹ 'ਚ ਹਾਸਾ ਨਿਕਲ ਗਿਆ। ਉੱਥੇ ਇੱਕ ਜਵਾਕ ਜਿਹਾ ਖੜਾ ਸੀ, ਐਡਾ ਪਿੰਗਲਾ ਜਿਹਾ। ਉਹਨੂੰ ਕਹਿੰਦਾ ਮੋਇਆ ਕੁੱਤਿਆ, ਓਏ ਰਾਮੀਆਂ, ਇਹ ਤੂੰ ਖੜਾ ਕਦੇ ਕੱਛ ਚੁੰਗਲ ਮਾਰਦਾ, ਕਦੇ ਨੱਕ ਚੁੰਗਲ ਮਾਰਦਾ। ਮੋਇਆ ਆਪਦੇ ਚਾਚੇ ਘੁਗਿਆਣਵੀ ਵਾਸਤੇ ਰੋਟੀ ਹੋਰ ਲਿਆ। ਮੈਂ ਮੇਰੀ ਤਾਂ ਪਹਿਲਾਂ ਬਾਹਰ ਨੂੰ ਆਉਂਦੀ ਆ, ਹੱਦ ਹੋ ਗਈ ਗੁਰੂ ਜੀ, ਮੈਂ ਚੱਲਿਆ। ਕਾਲੀ ਦਾ ਭੱਜ ਗਿਆ, ਸਾਈਕਲ ਸੀ ਇਹਦੇ ਕੋਲ, ਇਹਦਾ ਭੱਜ ਗਿਆ। ਮੈਨੂੰ ਉੱਥੇ ਇਹਨੇ ਬੁਰਾ ਫਸਾਇਆ। ਮਰਾਸੀਆਂ ਨਾਲ ਮੈਂ ਮਰਾਸੀ ਹੋ ਗਿਆ, ਜਲੰਧਰ ਰਿਹਾ ਦੁਆਬੀਆ ਹੋ ਗਿਆ, ਉਹੀ ਬੋਲੀ ਮੱਖਣ ਮਾਨ ਤੋਂ ਸਿੱਖ ਲਈ। ਤੇ ਜੇ ਮੈਂ ਗਿਆ ਪਟਿਆਲੇ ਤਾਂ ਉੱਥੇ ਆਹ ਨਾਲੇ ਕੇ ਗੈਲ ਤੁਰੀ ਜਹਾਂ ਇੱਧਰ ਆਵੇ ਉੱਧਰ ਆਵੇ, ਰੋਪੜ ਵਾਲੀ ਬੋਲੀ ਨਾਲ ਕੀ। ਜਿੱਥੇ ਜੇ ਬਟਾਲੇ ਨਹੀਂ ਗਿਆ ਉਸਤਾਦ ਦੇ ਚੇਲਿਆਂ ਤੇ ਉੱਥੇ ਕੀ ਕਰਨ ਡਿਆਂ, ਗਾੜੀ ਆਉਣ ਡਿਆਂ, ਉੱਥੇ ਇਹਨਾਂ ਵਾਲੀ ਗੁਰਦਾਸਪੁਰ ਦੀ ਬੋਲੀ ਆ ਗਈ। ਸੋ ਬੋਲੀਆਂ ਸਿੱਖਦਾ ਰਿਹਾ। ਜਦੋਂ ਪਿੰਡ ਜਾਂਦਾ ਸੀ ਤੇ ਛਿੱਤਰ ਬਹੁਤ ਪੈਂਦੇ ਸੀ ਘਰੋਂ ਵੀ, ਜਿੱਥੇ ਜਾਣਾ ਹੋਰ ਹੀ ਬੋਲੀ ਜੀ ਬਣਾ ਕੇ ਆ ਜਾਣਾ। ਕੋਈ ਆਪਦੀ ਬੋਲੀ ਹੁੰਦੀ ਮਾਲਵੇ ਦੀ, ਤੂੰ ਮਾਲਵੇ ਦਾ, ਤੈਨੂੰ ਸ਼ੁੱਧ ਬੋਲੀ ਨਹੀਂ ਆਉਂਦੀ। ਇਹ ਸਾਰੀਆਂ ਬੋਲੀਆਂ ਫਿਰ ਇਕੱਠੀਆਂ ਹੋ ਕੇ ਮੇਰੇ ਕੋਲ ਨਾ ਇੱਕ ਭਾਸ਼ਾ ਬਣ ਗਈ, ਇੱਕ ਮੁਹਾਵਰਾ ਬਣ ਗਿਆ ਕਿ ਜਦੋਂ ਮੈਂ ਵਾਰਤਕ ਲਿਖਦਾ ਉਦੋਂ ਮਨ ਮਸਤਕ 'ਚ ਸ਼ਬਦ ਅਟਕੇਲੀਆਂ ਕਰਦੇ ਆ।
ਉਹ ਕਹਿੰਦਾ ਪਹਿਲਾਂ ਮੈਨੂੰ ਕੱਢ, ਉਹ ਕਹਿੰਦਾ ਪਹਿਲਾਂ ਮੈਨੂੰ ਕੱਢ। ਸ਼ਬਦ ਲੜਦੇ ਆ, ਜਦੋਂ ਸ਼ਬਦ ਲੜਨ ਲੱਗ ਜਾਣ ਤੁਹਾਡੇ ਮਸਤਕ 'ਚ, ਉਦੋਂ ਸਾਹਿਤ ਰਚਿਆ ਜਾਂਦਾ। ਜਦੋਂ ਤੁਸੀਂ ਕੀ ਹੈ ਤੇ ਮੁੜ ਕੇ ਸੋਚੀ ਜਾਂਦੇ ਆ, ਉਹਨੂੰ ਘਰਾਂ ਵਾਲੀ ਚਾਹ ਦਾ ਕੱਪ ਲਿਆਉਂਦੀ ਹੈ, ਕਹਿੰਦੀ ਸਿਆਪਾ ਨਿਬੇੜ ਕਵਿਤਾ ਲਿਖ ਕੇ, ਹੁਣ ਤੂੰ ਰਾਤ ਦਾ ਬੈਠਾ, ਤੂੰ ਜਵਾਕਾਂ ਨਾਲ ਪੁੱਛਦਾ ਨਹੀਂ ਪੇਪਰ ਕਿਹੋ ਜਿਹਾ ਹੋਇਆ, ਕਵਿਤਾ ਨੂੰ ਚਿੰਬੜਿਆ ਪਿਆ। ਉਦੋਂ ਨਹੀਂ ਸਾਹਿਤ ਦਾ ਕੋਈ ਸਵਾਰੀ ਦਾ। ਇਹ ਤਾਂ ਜਦੋਂ ਝਰਨਾ ਫੁੱਟਦਾ ਨਾ, ਚਸ਼ਮਾ ਫੁੱਟਦਾ, ਮਤਲਬ ਸ਼ਬਦੋ ਸ਼ਬਦੀ ਹੋਏ ਵਿਚਾਰ। ਸ਼ਬਦ ਤਾਂ ਨਾ ਤੁਹਾਨੂੰ ਉਧਾਰਾ ਮੰਗਣਾ ਹੀ ਨਹੀਂ ਪੈਂਦਾ ਯਾਰ, ਕਿਸੇ ਕੋਸ਼ਕਾਸ਼ ਦੀ ਲੋੜ ਹੀ ਨਹੀਂ ਪੈਂਦੀ। ਲਿਖਾਰੀ ਮੈਡਮ ਕਹਿੰਦੇ ਕਵਿਤਾ, ਇਹਨਾਂ ਦੀ ਕਵਿਤਾ ਮੈਂ ਇੱਕ ਸਾਹੇ ਪੜ੍ਹ ਜਾਣਾ। ਉਹ ਕੀ ਆ, ਸ਼ਬਦ ਤੇ ਝਰਨਾ ਇੱਕੋ ਹੀ ਰੂਪ ਹੁੰਦਾ। ਠੀਕ ਆ, ਤੁਸੀਂ ਜਦੋਂ ਬਹਿ ਗਏ ਹੋ, ਹੁਣ ਉਹ ਮੈਨੂੰ ਕਹਿਣ ਲੱਗਾ ਕਿਰਪਾਲ ਕਜ਼ਾਕ, ਕਹਿੰਦਾ ਵੀ ਮੈਂ ਦਰਸ਼ਨ ਸਿੰਘ ਆਸ਼ਟ ਦੇ ਘਰ ਗਿਆ। ਸੁਣਿਓ ਸਾਰੇ ਗੱਲ, ਬੜੀ ਇੰਟਰਸਟਿੰਗ ਹੈ। ਤੇ ਮੈਂ ਕਿਹਾ ਫੇਰ ਜੀ? ਕਹਿੰਦਾ ਉੱਥੇ ਗਿਆ ਜੀ, ਉਹਦੇ ਘਰ ਗਿਆ ਜੀ, ਘੁਗਿਆਣਵੀ ਸਾਹਿਬ ਤੁਹਾਨੂੰ ਸੁਣਾਉਣਾ ਜੀ। ਮੈਂ ਕਿਹਾ ਸੁਣਾਓ ਜੀ। ਉੱਥੇ ਜੀ ਉਹ ਨਾ ਦਰਸ਼ਨ ਆਸ਼ਟ ਜੀ ਕਾਗਜ਼ਾਂ ਦਾ ਦੱਥਾ ਲਿਆ, ਲਿਖਣ ਡਿਆ। ਮੈਂ ਕਿਹਾ ਅੱਛਾ ਜੀ। ਹਾਂ, ਦੱਬਾ ਸੱਟ ਲਿਖਣ ਡਿਆ ਜੇ, ਸਾਹਿਬ ਦਾ ਬੇੜਾ ਤਾਰਨ ਡਿਆ ਜੀ। ਮੈਂ ਕਿਹਾ ਅੱਛਾ। ਹਾਂ, ਉਹ ਨਾ ਜੀ ਘੁਗਿਆਣਵੀ ਸਾਹਿਬ। ਮੈਂ ਕਿਹਾ ਜੀ ਮੈਨੂੰ ਕੀ ਪਤਾ ਮੇਰੇ ਤੇ ਲਾਊਗਾ ਟੋਟਕਾ ਜੀ, ਦੱਬਾ ਸੱਟ ਨਾ ਲਿਖਣ ਡਿਆ ਤੁਹਾਡੇ ਵਾਂਗ। ਮੈਂ ਕਿਹਾ ਜੀ ਮੈਂ ਕਿਤੇ, ਮੈਂ ਤਾਂ ਦੱਸੋ ਤੁਸੀਂ ਮੈਨੂੰ। ਆਖੇ ਉਹਨਾਂ ਜੀ ਲਿਖ ਕੇ ਨਾ 5-5 ਪੇਜ ਤੇ ਐਂ ਰੱਖ ਦਿੰਦਾ, ਉੱਤੇ ਨਾ ਜੀ ਨੀਲੇ ਰੰਗ ਦਾ ਵੱਟਾ ਰੱਖਿਆ ਹੋਇਆ। ਮੈਂ ਕਿਹਾ ਨੀਲੇ ਰੰਗ ਦਾ ਵੱਟਾ ਕਾਗਜ਼ਾਂ ਤੇ? ਆਹਾਂ, 5-7 ਪੇਜ ਹੋਰ ਲਿਖੇ ਹੋਏ ਇੱਧਰ ਰੱਖੇ ਹੋਏ ਨੇ, ਉੱਤੇ ਲਾਲ ਵੱਟਾ ਰੱਖਿਆ ਹੋਇਆ। ਮੈਂ ਕਿਹਾ ਲਾਲ, ਹਾਂ 5 ਪੇਜ ਇੱਧਰ ਕਾਲਾ ਵੱਟਾ। ਮੈਂ ਕਿਹਾ ਆਸ਼ਟ ਜੀ ਇਹ ਕੀ ਹੈ? ਉਹ ਕਹਿੰਦਾ ਜੀ ਇਹ ਜਗਬਾਣੀ ਵਾਲਾ ਕਾਲਮ ਹੈ, ਇਹ ਅਜੀਤ ਵਾਲਾ ਕਾਲਮ ਹੈ, ਇਹ ਟ੍ਰਿਬਿਊਨ ਵਾਲਾ ਕਾਲਮ ਹੈ। ਤੇ ਮੈਨੂੰ ਚੇਤਾ ਰਹਿ ਜਾਂਦਾ ਏ, ਉਹ ਕਹਿੰਦਾ ਤੁਸੀਂ ਤਾਂ ਸਾਹਿਤ ਦੀ ਬੇੜੀ 'ਚ ਵੱਟੇ ਪਾਉਣ ਡਏ ਹੈ। ਤੁਸੀਂ ਸਾਹਿਤ ਵਾਲਾ ਘੁਗਿਆਣਵੀ ਜੀ, ਤੁਸੀਂ ਵੀ ਇਹ ਕੁਝ ਕਰ ਰਹੇ ਹੋ। ਮੈਂ ਕਿਹਾ ਯਾਰ ਤੁਸੀਂ ਆ ਲਿਖਿਆ ਬਾਜੀਗਰਾਂ ਤੇ, ਤੁਸੀਂ ਬਾਜੀਗਰਾਂ ਤੇ ਲਿਖ ਕੇ ਤੁਸੀਂ ਵੀ ਇਹ ਕੁਝ ਕੀਤਾ। ਮੈਂ ਲੋਕ ਗਾਇਕਾਂ ਦੇ ਫੋਕਲੋਰ ਤੇ ਮੈਂ ਲਿਖਿਆ, ਉਹਨੇ ਨਹੀਂ ਮੈਂ ਤਾਂ ਹੱਸਣਾ। ਤੁਸੀਂ ਤਾਂ ਕਾਕਾ ਜੀ ਜਿਹੜਾ ਕੰਮ ਤੁਹਾਡਾ ਹੈ ਉਹ ਕਜ਼ਾਕ ਨਹੀਂ ਕਰ ਸਕਿਆ, ਮੈਂ ਤੁਹਾਨੂੰ ਦੱਸਾਂ। ਅੱਛਾ ਜੀ। ਮੈਂ ਕਿਹਾ ਜੀ ਕਿੱਥੇ ਠਹਿਰੇ ਹੋਏ ਹੋ? ਮੈਂ ਕਿਹਾ ਭਾਸ਼ਾ ਭਾਗ ਦੇ ਗੈਸਟ ਹਾਊਸ 'ਚ ਜੀ। ਬੜੀ ਪੁਰਾਣੀ ਗੱਲ। ਹਾਏ ਹਾਏ ਹਾਏ, ਗੈਸਟ ਹਾਊਸ ਠਹਿਰੇ ਹੋਏ ਹੋ? ਮੈਂ ਕਿਹਾ ਜੀ ਐਂ ਹੋਰੂ ਮੂੰਹ ਬਣਾ ਲਿਆ। ਤੁਸੀਂ ਸੱਚੀਓ ਗੈਸਟ ਹਾਊਸ ਠਹਿਰੇ ਹੋਏ ਹੋ? ਮੈਂ ਕਿਹਾ ਹੋਰ ਜੀ, ਹੋਰ ਮੈਂ ਰੂੜੀ ਤੇ ਠਹਿਰਿਆ ਯਾਰ, ਐਂ ਕੀ ਹੋ ਗਈ ਗੱਲ? ਜੇ ਕਾਲੀ ਮਾਤਾ ਦੇ ਮੰਦਿਰ ਠਹਿਰਿਆ? ਨਹੀਂ ਹਾਂ, ਉਹ ਗੱਲ ਸੁਣੋ ਘੁਗਿਆਣਵੀ ਜੀ, ਉੱਥੇ ਗਿਆਨੀ ਲਾਲ ਸਿੰਘ ਹੁੰਦੇ ਸੀ ਭਾਸ਼ਾ ਭਾਗ ਦੇ ਡਾਇਰੈਕਟਰ, ਉਹਨਾਂ ਦੀ ਰੂਹ ਆਂਦੀ ਹੈ ਗੈਸਟ ਹਾਊਸ। ਮੈਂ ਕਿਹਾ ਯਾਰ ਵਾਕਿਆ ਗੱਲ ਵੀ ਇਕੱਲਾ ਜਾਣਾ ਮੈਂ ਰਹਿਣਾ ਉੱਥੇ, ਉਹ 3ਜੀ ਮੰਜ਼ਿਲ ਤੇ ਹਨਾ, ਤੇ ਰੂਹ ਆਉਂਦੀ ਏ। ਉਹ ਮੁਨਸ਼ੀ ਪ੍ਰੇਮਚੰਦ ਸੀਗੇ ਨਾ ਜੀ। ਮੈਂ ਕਿਹਾ ਜੀ ਉਹ ਵੀ ਤੁਹਾਡੇ ਵਾਂਗੂ ਕਦੀ ਇੱਥੇ ਠਹਿਰਦੇ ਸੀ, ਕਦੇ ਉੱਥੇ ਠਹਿਰਦੇ ਸੀ, ਕਦੀ ਇੱਥੇ ਠਹਿਰਦੇ ਸੀ, ਕਦੀ ਉੱਥੇ ਠਹਿਰਦੇ ਸੀ। ਉਹ ਠਹਿਰਦੇ ਨਾ ਜੀ ਕਿਸੇ ਗੈਸਟ ਹਾਊਸ 'ਚ ਸੁੱਤੇ ਹੋਏ ਸਨ। ਸਵੇਰੇ ਜੀ ਚਪੜਾਸੀ ਨੇ ਕੁੰਡਾ ਖੜਕਾਇਆ ਜੀ। ਮੈਂ ਕਿਹਾ ਅੱਛਾ, ਉਹ ਮਰੇ ਪਾਏ ਗਏ ਜੀ, ਅਟੈਕ ਹੋ ਗਿਆ, ਭੂਤ ਚੰਬੜ ਗਿਆ ਜੀ ਉਹਨਾਂ ਨੂੰ। ਉੱਥੇ ਭੂਤ ਨਹੀਂ ਸੀਗੀ। ਮੈਂ ਕਿਹਾ ਫਿਰ ਹੁਣ ਮੈਂ ਕੀ ਕਰਾਂ? ਤੁਸੀਂ ਉੱਥੇ ਨਾ ਰਹੋ। ਮੈਂ ਆਇਆ ਜੀ, ਬੈਗ ਚੱਕਿਆ ਉੱਥੋਂ, ਮੈਂ ਭਾਸ਼ਾ ਭਾਗ ਚੋਂ ਪੌੜੀਆਂ। ਉਹ ਆਂਦੇ ਕੀ ਗੱਲ ਤੇਰੇ ਦਿਮਾਗ ਨੂੰ ਕੀੜੇ ਚਿੰਬੜੇ ਆ, ਕੀ ਗੱਲ ਹੋ ਗਈ? ਮੈਂ ਕਿਹਾ ਇੱਥੇ ਭੂਤ ਆ, ਗਿਆਨੀ ਜੀ ਆਉਂਦੇ। ਕਹਿੰਦਾ ਸਾਲਾ ਕਿਹੜਾ ਗਿਆਨੀ ਜੀ ਆਉਂਦੇ ਆ, ਕਿੱਥੋਂ ਆਇਆ ਤੂੰ? ਮੈਂ ਕਜ਼ਾਕ ਸਾਹਿਬ ਕੋਲੋਂ। ਕਹਿੰਦੇ ਬਸ ਹੁਣ ਤਾਂ ਗਿਆਨੀ ਜੀ ਪੱਕੇ ਹੀ ਆਉਣਗੇ। ਕਿਉਂ? ਡਿਪਰੈਸ਼ਨ ਹੋ ਜਾਏਗਾ ਜੀ ਤੁਹਾਨੂੰ। ਕਹਿੰਦਾ ਚਲੋ ਬੜੀ ਸੰਗਤ, ਬਹੁਤ ਤੁਰਿਆ, ਬੜੇ ਲੋਕਾਂ ਦੇ ਮਗਰ ਰਿਹਾ, ਇੱਧਰ ਜੁੱਤੀਆਂ ਚੱਟ ਬਥੇਰੇ ਲੋਕਾਂ ਦੇ ਵੇਲਣ ਵੇਲੇ ਗੋਹਾ ਕੂੜਾ ਕਰਦਾ ਰਿਹਾ ਮੈਂ। ਇਹ ਜਿਹੜਾ ਸਾਹਿਤ ਆ ਨਾ, ਇਹ ਲੇਬਰ ਹੈ, ਕਿਰਤ ਹੈ। ਇਹ ਹਰ ਕਿਸੇ ਨੂੰ ਮੁਆਫ ਨਹੀਂ ਆਉਂਦੀ, ਕਲਾ ਮੁਆਫਕ ਨਹੀਂ ਆਉਂਦੀ। ਬਹੁਤ ਸਾਰੇ ਬੰਦੇ ਸਾਰੀ ਜ਼ਿੰਦਗੀ ਕਿਤਾਬਾਂ ਲਿਖੀ ਜਾਂਦੇ, ਇੱਕ ਵੀ ਬੰਦਾ ਉਹਨਾਂ ਦੀ ਕਿਤਾਬ ਨਹੀਂ ਪੜ੍ਹਦਾ। ਠੀਕ ਹੈ ਨਾ? ਮੈਨੂੰ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਮੈਂ 7 ਵਾਰੀ ਕੈਨੇਡਾ ਗਿਆ, PR ਮਿਲ ਗਈ ਪਹਿਲੀ ਵਾਰੀ ਜਾਂਦੇ ਨੂੰ। 2000 ਉਦੋਂ ਵਿਜ਼ਟਰ ਵੀਜ਼ੇ ਹੁੰਦੇ ਸੀ ਤੇ PRਾਂ ਕਲਚਰਲ, ਸਪੋਰਟਸ, ਡਾਕਟਰੀ ਦੀ, ਕਿਸਾਨਾਂ ਦੀ ਇਹ ਖੁੱਲ੍ਹੀਆਂ ਹੋਈਆਂ ਸੀ। ਤੇ 21 ਸਾਲ ਪਹਿਲਾਂ ਮੈਨੂੰ PR ਮਿਲ ਗਈ ਵੀ ਕਲਚਰਲ PA, ਜਦੋਂ ਉੱਥੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ ਨਾ ਕੈਨੇਡਾ ਪਾਰਲੀਮੈਂਟ 'ਚ। ਤੇ ਮੈਨੂੰ ਨੀਂਦ ਨਾ ਆਈ, 7 ਦਿਨ ਰੋਇਆ ਕਰਾਂ।
ਵੀ ਮੈਂ ਤਾਂ ਇੱਥੇ ਰਹਿ ਗਿਆ, ਮੇਰੀ ਮਾਂ ਮਰ ਜੂ, ਮੇਰਾ ਪਿਓ ਕੀ ਕਰੂ, ਮੇਰਾ ਭਰਾ ਕੀ ਕਰੂ, ਮੇਰਾ ਪਰਿਵਾਰ ਕੀ ਕਰੂ, ਕਿਉਂਕਿ ਮੈਂ ਕਮਾ ਕੇ ਲਿਆਉਂ ਕਿ ਮੈਂ ਹੀ ਖਵਾਉਣਾ ਨਾ। ਉਹ ਕਹਿੰਦੇ ਲੋਕ ਤਾਂ ਤੁਰੇ ਫਿਰਦੇ ਵੀ ਕੈਨੇਡਾ ਆ ਕੇ ਵਸੋ ਤੇ ਪੈਸੇ 25-25 ਲੱਖ, ਤੈਨੂੰ ਇੱਕ ਕਾਮਾ ਕਿਰਤੀ ਸੱਭਿਆਚਾਰ ਹੋਣ ਕਰਕੇ ਤੈਨੂੰ PR ਮਿਲ ਗਈ, ਤੂੰ ਕੀ ਚਾਹੁੰਦਾ? ਮੈਂ ਕਹਿੰਦਾ ਨਹੀਂ, ਮੈਂ ਪਿੰਡ ਜਾਣਾ, ਮੈਂ 7 ਰਜਾ ਆਇਆ, ਮੈਂ ਪਿੰਡ ਹੀ ਆ ਕੇ ਰਿਹਾ, ਪਿੰਡ ਹੀ ਰਹਿਣਾ। ਮੇਰੇ ਪਿਓ ਨੇ ਮੈਨੂੰ ਕਿਹਾ ਸੀ, ਪੂਰੇ ਹੋ ਗਏ ਮੇਰੇ ਪਿਤਾ ਜੀ, ਕਹਿੰਦੇ ਪੁੱਤਰਾ, ਉਹ ਮੈਨੂੰ ਉਸਤਾਦ ਜੀ ਕੋਲੇ ਉਹ ਲੈ ਕੇ ਗਏ ਸੀ, ਜਮਲਾ ਜੀ ਕੋਲੇ ਮੇਰੇ ਪਿਤਾ ਜੀ। ਐਡਾ ਸੀ ਉਹਨਾਂ ਦਾ ਜੀ ਨਾ ਕਰੇ ਵੀ ਮੈਂ ਨਿਆਣੇ ਨੂੰ ਛੱਡ ਕੇ ਚੱਲਿਆ, ਇਹਦੇ ਜਿੱਡਾ ਸੀ। ਤੇ ਉਹਨਾਂ ਦਾ ਜੀ ਉਹ ਰੋਣ, ਉਹ ਜਦੋਂ ਛੱਡ ਕੇ ਆਏ ਵੀ ਜਵਾਕ ਆ ਯਾਰ, ਕੋਈ ਚੱਕ ਕੇ ਨਾ ਲੈ ਜੇ ਜਾਂ ਸੱਟ ਨਾ ਵੱਜੇ, ਐਡਾ ਸੀ। ਉਹ ਛੱਡਿਆ ਆਏ ਮੈਨੂੰ, ਉੱਥੇ ਮੈਂ ਰਿਹਾ ਜਿੰਨਾ ਚਿਰ ਜਿਉਂਦੇ ਰਹੇ, ਮੈਂ ਉਹਨਾਂ ਕੋਲ ਤੂੰ ਵੀ ਸਿੱਖਦਾ ਰਿਹਾ, ਐਡਾ ਸੀ। ਸੋ ਘਰੋਂ ਤਾਂ ਨਿਕਲਣਾ ਪੈਂਦਾ। ਹੁਣ ਵੇਖੋ ਕਈ ਬੰਦੇ, ਮੈਂ ਬਹੁਤ ਮੂੰਹ ਫੱਟ ਬੇਬਾਕ ਹੋ ਕੇ ਬੋਲਦਾ, ਬੇਬਾਕ ਹੋ ਕੇ ਲਿਖਦਾ। ਕਈ ਬੰਦੇ ਕਹਿੰਦੇ ਨਹੀਂ ਯਾਰ ਸਾਹਿਤ 'ਚ ਨਾ ਸਮਝੌਤੇ ਨਹੀਂ ਚੱਲਦੇ। ਸਮਝੌਤਾ ਯਾਰ ਤੁਹਾਡੇ ਮਨ ਨਾਲ ਚਾਹੀਦਾ ਵੀ ਮੈਂ ਕੀ ਲਿਖਣਾ ਤੇ ਲੋਕਾਂ ਨੇ ਕੀ ਪੜ੍ਹਨਾ। ਇਹ ਥੋੜ੍ਹੀ ਵੀ ਯਾਰ ਜੋ ਮੈਂ ਲਿਖ ਰਿਹਾ ਲੋਕ ਉਹ ਪੜ੍ਹਨ, ਲੋਕਾਂ ਨੇ ਮੇਰਾ ਦੇਣਾ ਯਾਰ ਕੁਛ, ਕਿਉਂ ਲੋਕ ਮੇਰਾ ਲਿਖਿਆ ਪੜ੍ਹਨ ਯਾਰ? ਲੋਕਾਂ ਨੂੰ ਜੋ ਚੰਗਾ ਲੱਗਦਾ ਲੋਕ ਉਹ ਪੜ੍ਹਨ। ਇਹ ਕਿੱਥੋਂ ਦੀ ਧਾਰਨਾ ਮੈਂ ਲੇਖਕਾਂ ਮੈਂ ਬਣਾ ਲਈ ਕਿ ਮੈਂ ਜੋ ਲਿਖਿਆ ਲੋਕ ਉਹ ਪੜ੍ਹਨ? ਮੇਰਾ ਜੀ ਪੜ੍ਹਿਆ ਨਹੀਂ ਜਾ ਰਿਹਾ ਯਾਰ। ਨਹੀਂ ਪੜ੍ਹਿਆ ਜਾ ਰਿਹਾ ਫਿਰ ਕੀ ਕਰੀਏ ਹੁਣ? ਅਸੀਂ ਖੂਹ 'ਚ ਡਿੱਗ ਪਈਏ? ਮੇਰੀ ਜੀ ਕਿਤਾਬ ਨਹੀਂ ਪੜ੍ਹੀ ਜਾ ਰਹੀ, ਮੇਰੀ ਕਿਤਾਬ ਨੂੰ ਜੀ ਰਿਸਪਾਂਸ ਨਹੀਂ ਮਿਲ ਰਿਹਾ, ਮੇਰੀ ਕਿਤਾਬ 'ਤੇ ਗੋਸ਼ਟੀ ਨਹੀਂ ਕਰਵਾਈ ਸੋਹਲ ਮੈਡਮ ਨੇ। ਯਾਰ ਸੋਹਲ ਮੈਡਮ ਨੂੰ ਡਾਕਟਰ ਨੇ ਦੱਸਿਆ ਵਾ ਵੀ ਹਰ ਇੱਕ ਦੀ ਤਾਂ ਗੋਸ਼ਟੀ ਕਰਵਾਈ ਚੱਲੋ ਤੁਸੀਂ। ਸੋ ਇਹ ਨਾ ਜਿਹੜੀਆਂ ਮਿੱਥਾਂ ਧਾਰਨਾਵਾਂ ਅਸੀਂ ਬਣਾ ਲਈਆਂ, ਇਹ ਬਹੁਤ ਡੇਂਜਰਸ ਹੈ, ਖਤਰਨਾਕ ਹੈ ਇਹਦੇ ਵਾਸਤੇ। ਇਹੋ ਜੀ ਮਾਂ ਬੋਲੀ ਨੂੰ ਖਤਰਾ ਹੈ, ਸਾਡੇ ਤੋਂ ਹੈ, ਕਿਸੇ ਬਾਹਰ ਤੋਂ ਨਹੀਂ ਹੈ। ਸਾਡੇ ਤੋਂ ਖਤਰਾ, ਕਿਸੇ ਬਾਹਰਲੇ ਤੋਂ ਨਹੀਂ ਖਤਰਾ, ਠੀਕ ਹੈ ਨਾ। ਅਸੀਂ ਖੁਦ ਖਤਰੇ ਪੈਦਾ ਜੀ ਸੇਵਾ ਕਰਦੇ ਹਾਂ ਜੀ। ਕਾਹਦੀ? ਮਾਂ ਬੋਲੀ ਦੀ। ਯਾਰ ਕਾਹਦੀ ਸੇਵਾ ਕਰਦੇ ਹਾਂ? ਮਾਂ ਬੋਲੀ ਸਾਡੀ ਸੇਵਾ ਕਰਦੀ ਆ। ਕਾਲੀ ਹੈਗਾ, ਇਹ ਸਾਹਿਤ ਲਿਖਿਆ, ਇਹਦਾ ਸਾਹਿਤ ਨੂੰ ਪੜ੍ਹਿਆ ਗਿਆ, ਬਾਹਰਲੀਆਂ ਯੂਨੀਵਰਸਿਟੀਆਂ ਨੇ ਪ੍ਰਵਾਨਗੀ ਦਿੱਤੀ। ਇਹ ਜਦੋਂ ਪੱਤਰਕਾਰੀ ਕਰਦਾ, ਕਾਲਮ ਲਿਖਦਾ, ਉਹ ਉੱਥੋਂ ਰੋਟੀ ਮਿਲਦੀ ਆ। ਸਾਹਿਤ 'ਚੋਂ ਰੋਟੀ ਕਿਹਨੂੰ ਮਿਲਦੀ ਹੈ? ਜੇ ਮੈਂ ਕਹਾਂ ਵੀ ਮੈਂ ਕਿਤਾਬ ਲਿਖ ਕੇ, ਉਹ 5000 ਰੁਪਈਆ ਘਲਾਟੀ ਮੈਨੂੰ ਦੇ ਦਿੰਦਾ ਜਦੋਂ ਐਡੀਸ਼ਨ ਆਉਂਦਾ ਉਹਦਾ, ਠੀਕ ਹੈ ਨਾ। 5000 ਨਾਲ ਮੇਰਾ ਘਰ ਥੋੜ੍ਹੀ ਚੱਲੂ, ਤੇ ਮੇਰੇ ਦੋਸਤਾਂ ਨੂੰ ਪਾਰਟੀ ਕਰ ਦਿੰਦਾ ਵੀ ਮੇਰੀ ਕਿਤਾਬ ਆ ਗਈ। ਉਹ ਤਾਂ ਮੈਨੂੰ ਪੱਤਰਕਾਰੀ ਕਰਨੀ ਪੈਂਦੀ, ਰੇਡੀਓ ਟੈਲੀਵਿਜ਼ਨ ਵਾਸਤੇ ਲਿਖਣਾ ਬੋਲਣਾ, ਅਤੇ ਉਹਦੀ ਤਨਖਾਹ ਨਾਲ ਘਰ ਚੱਲਦਾ। ਜੇ ਕਹੋ ਵੀ ਸਾਹਿਤ 'ਚੋਂ ਰੋਟੀ, ਇਹ ਤਾਂ ਨਾ ਜਿਹੜੇ ਬੁੱਢੇ ਸਾਹਿਤਕਾਰ ਸੀ ਵਿਚਾਰੇ ਚਲੇ ਗਏ ਸੰਸਾਰ ਤੋਂ, ਉਹ ਵੀ ਚਿੱਠੀਆਂ ਲਿਖ ਕੇ ਮਰ ਜਾਂਦੇ ਸੀ ਪ੍ਰਕਾਸ਼ਕ ਨੂੰ ਕਿ ਕੁਛ ਨਾ ਕੁਛ ਘੱਲੋ। ਜਦੋਂ ਭਾਸ਼ਾ ਵਿਭਾਗ ਪੰਜਾਬ ਨੇ ਲੇਖਕਾਂ ਦੀਆਂ ਪੈਨਸ਼ਨਾਂ ਬੰਨੀਆਂ, ਅਤੇ ਉਹਨਾਂ ਦੀ ਸ਼੍ਰੇਣੀ 'ਚ ਦੀਪਕ ਜਤੋਈ ਸਾਹਿਬ ਦੀ ਪੈਨਸ਼ਨ ਬੰਨੀ, ਅਤੇ ਪੈਨਸ਼ਨ ਹੁੰਦੀ ਸੀ 800 ਰੁਪਈਆ। ਜਦੋਂ ਮੈਂ ਬੋਰਡ ਦਾ ਮੈਂਬਰ ਬਣਿਆ ਅਤੇ ਉਦੋਂ ਰੌਲਾ ਪਾ ਕੇ ਮੈਂ ਉਹ 1500 ਕਰਵਾਈ ਸੀ, ਹੁਣ 1500 ਆ। ਦੀਪਕ ਜਤੋਈ ਨੇ ਚਿੱਠੀ ਲਿਖੀ ਡਾਇਰੈਕਟਰ ਭਾਸ਼ਾ ਵਿਭਾਗ ਨੂੰ, ਬੜੀ ਤੰਗ ਦਸਤੀ ਸੀ, ਗਰੀਬੀ ਸੀ ਵਿਚਾਰਿਆਂ 'ਤੇ, ਲਾਚਾਰ ਸੀਗੇ, ਦਾਰੂ ਦੂਰੂ ਪੀਂਦੇ ਸੀ। ਅਤੇ ਚਿੱਠੀ ਲਿਖੀ, ਇਬਾਰਤ ਕੀ ਹੈ ਕਿ ਅਤਿਅੰਤ ਪਿਆਰੇ ਗੁਰੂ ਸੰਵਾਰੇ ਗਿਆਨੀ ਲਾਲ ਸਿੰਘ ਜੀਓ, ਸਾਹਿਤਕਾਰ ਦੀ ਚਿੱਠੀ ਹੈ, ਤਰਲੇ ਭਰੀ। ਤੁਹਾਡੀ ਭਾਬੀ ਨਿੱਤ ਤਾਨੇ ਦਿੰਦੀ ਹੈ ਕਿ ਉਸ ਦੇ ਦੰਦ ਨਵੇਂ ਲਵਾਉਣੇ ਹਨ, ਪੈਨਸ਼ਨ ਹੈ ਦਰਕਾਰ, ਕਹਿੰਦੀ ਹੈ ਸਰਕਾਰ ਖਜ਼ਾਨਾ ਖਾਲੀ ਹੈ। ਗਿਆਨੀ ਜੀਓ ਕਿਰਪਾ ਕਰਕੇ ਪੈਨਸ਼ਨ ਦੀ ਤੁੱਛ ਜਿਹੀ ਮਾਇਆ ਭੇਜਣ ਦੀ ਕਿਰਪਾਲਤਾ। ਮੈਂ ਆਪ ਪੜ੍ਹੀ ਹੋਈ ਚਿੱਠੀ। ਗਿਆਨੀ ਜੀ ਨੇ ਕੀ ਲਿਖਿਆ ਅੱਗੋਂ ਦੇਖੋ। ਇੱਕ ਸਾਹਿਤਕਾਰ ਨੂੰ ਸਾਹਿਤਕ ਭਾਸ਼ਾ 'ਚ ਚਿੱਠੀ ਲਿਖ ਰਿਹਾ ਡਾਇਰੈਕਟਰ ਮੈਡਮ ਕਿ ਅੰਤਾਂ ਦੇ ਮੋਹ ਤੇ ਮਾਣ ਭਰੇ ਪੰਜਾਬੀ ਗਜ਼ਲ ਦੇ ਜੱਗ ਦੇ ਦੀਪਕ ਜੀਓ, ਜੱਗ ਮਗਾਉਂਦੇ ਦੀਪਕ ਜੀਓ। ਉਦੋਂ ਫੰਡ ਬਜਟ ਆਈ ਨਹੀਂ ਸੀ। ਮਾਇਆ ਰਾਣੀ ਹਾਲੇ ਘੁੰਡ ਕੱਢੀ ਬੈਠੀ ਹੈ, ਜਦੋਂ ਘੁੰਡ ਚੱਕ ਲਵੇਗੀ ਉਦੋਂ ਤੁਹਾਡੀ ਪੈਨਸ਼ਨ ਭੇਜ ਦਿੱਤੀ ਜਾਵੇਗੀ। ਆਪ ਜੀ ਦਾ ਹਿੱਤੂ ਗਿਆਨੀ ਲਾਲ ਸਿੰਘ। ਗੱਲ ਤਾਂ ਸ਼ਬਦਾਂ ਦੇ ਸਲੀਕੇ ਦੀ ਆ। ਲਿਖਾਰੀ ਜਿਵੇਂ ਮਿਸਤਰੀ ਇੱਟਾਂ ਚਿਣਦਾ ਨਾ, ਉਹਦੇ ਕੋਲੇ ਕਰੰਡੀ ਹੈ, ਸੀਮਟ ਗਾਰਾ, ਉਹ ਬੋਝ ਕੇ ਲਾਉਂਦਾ, ਉਹਦੇ ਨਾਲ ਤੇਸੀ ਨਾਲ ਘੜਦਾ ਵੀ ਇੱਥੇ ਐਂ ਫਿੱਟ ਆਊਗੀ, ਇੰਨੀ ਵਿੱਥ ਨਾ ਰਹਿ ਜੇ, ਠੀਕ ਹੈ ਨਾ। ਜਦੋਂ ਨਾਦਰ ਜੀ ਆ ਕੁਰਸੀਆਂ ਆਪੇ ਬਣਾਉਂਦੇ ਨਾ, ਤੇ ਉਦੋਂ ਐਨਕ ਲਾ ਕੇ ਪਾਸੇ ਤੇ ਦੇਖਦੇ ਆ ਵੀ ਆ ਇੱਧਰ ਬਾਹਰ ਨੂੰ ਨਿਕਲੀ, ਇਹਨੂੰ ਹੋਰ ਰੰਦਾ ਫੇਰਾਂ। ਇਹ ਲਿਖਾਰੀ ਕੋਲੇ ਇੱਕ ਰੰਦਾ ਹੋਣਾ ਚਾਹੀਦਾ
ਜਦੋਂ ਵਾਧੂ ਸ਼ਬਦ ਨੂੰ ਝਾੜਦੇ ਮੈਂ ਹੈਰਾਨ ਹੁੰਨਾ ਵਾਕਿਆ ਮਿਸਤਰੀ ਦੀ ਜਿਵੇਂ ਮਿਸਤਰੀ ਚਨਾਈ ਕਰਦਾ ਲਿਖਾਰੀ ਨੂੰ ਚਨਾਈ ਕਰਨੀ ਪਊਗੀ ਸਹੀ ਬਣਨਾ ਪਏਗਾ। ਬਾਹਰ ਲਿਖਿਆ ਵਾ ਮੈਡਮ ਉਹਦੇ ਕਲੀਨਿਕ ਦੇ ਕਿਸੇ ਡਾਕਟਰ ਦੇ ਬੱਚੇ ਨੂੰ ਉਬਾਲ ਕੇ ਦੁੱਧ ਪਿਆਓ। ਮੈਂ ਕਿਹਾ ਪਹਿਲਾਂ ਬੱਚਾ ਵਾਲੋ ਫਿਰ ਦੁੱਧ ਪਿਆਓ। ਬੱਚੇ ਨੂੰ ਉਬਾਲ ਕੇ ਦੁੱਧ ਪਿਆਓ ਬਾਹਰ ਲਿਖਿਆ ਹੋਇਆ। ਮੈਂ ਕਿਹਾ ਯਾਰ ਦੱਸ ਵੀ ਹੁਣ ਲਿਖਣ ਵਾਲੇ ਨੇ ਵੀ ਕਿੰਨਾ ਅਨਰਥ ਕੀਤਾ ਹੋਇਆ ਤੇ ਲਿਖਵਾ ਕੇ ਛਾਪ ਉਹਨੇ ਜਿਹਨੇ ਨਾ ਉਹਨੂੰ ਅਕਲ ਨਾ ਉਹਨੂੰ ਅਕਲ। ਸਾਡੇ ਲੇਖਕ ਮੰਨੇ ਪਰਮੰਨੇ ਪ੍ਰੋਫੈਸਰ ਪੰਜਾਬੀ ਗਲਤ ਲਿਖਦੇ ਆ ਮਹਾਰਾਜ। ਉਸ ਕੋਲੇ 2 ਭੇਡਾਂ ਤੇ 3 ਮੱਝਾਂ ਸਨ। ਠੀਕ, ਉਸ ਕੋਲੇ 2 ਭੇਡਾਂ ਵੀ ਸਨ ਤੇ 3 ਮੱਝਾਂ ਵੀ ਸਨ। ਜਦੋਂ ਤੁਸੀਂ ਫਿਕਰੇ ਪਰੀ ਸੁਚੇਤ ਹੋ ਗਏ, ਮੈਨੂੰ ਇਹ ਗੁਣ ਦਿੱਤਾ ਸੀ ਇਕਬਾਲ ਰਾਮੋਵਾਲੀਏ ਨੇ, ਜਦੋਂ ਤੁਸੀਂ ਫਿਕਰੇ ਪ੍ਰਤੀ ਸੁਚੇਤ ਹੋ ਗਏ ਨਾ ਕਿ ਲਮਕ ਗਿਆ ਇਹ ਵਾਰਤਕ, ਉਦੋਂ ਤੁਹਾਨੂੰ ਹਾਂ ਉਹ ਜਦੋਂ ਲਮਕ ਗਿਆ ਨਾ ਫਿਕਰਾ ਉਹ ਬਸ ਗੱਲ ਖਤਮ ਹੋ ਗਈ ਉੱਥੇ। ਸੋ ਮੈਂ ਸੁਚੇਤ ਰਹਿਣਾ। ਵਾਰਤਕ ਲਿਖਣ ਦਾ ਵੀ ਇੱਕ ਨਾ ਤੁਹਾਡਾ ਪ੍ਰੈਕਟਿਸ, ਇੱਕ ਅਭਿਆਸ, ਇੱਕ ਮੁਹਾਵਰਾ ਬਣ ਜਾਂਦਾ ਹੈਗਾ। ਤੇ ਬਹੁਤ ਜ਼ਿਆਦਾ ਗੱਲਾਂ ਕਰ ਗਿਆ, ਮੈਨੂੰ ਲੱਗਦਾ ਕਰਨੀਆਂ ਨਹੀਂ ਚਾਹੀਦੀਆਂ ਸੀ ਇੰਨੀਆਂ। ਬਹੁਤ ਅੱਛਾ ਤੇ ਬਹੁਤ ਵਧੀਆ ਬਹੁਤ ਅੱਛਾ।